ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਹੁ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਮੈਂ ਮੂਰਖ ਕੀ ਕੀਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਅੰਦਰ ਮੂਸਾ ਲਾਟ ਟੁਕਾਈ, ਗਿਰਤ ਭੂਪ ਮਹਿ ਖਾਹੇ ਮਿਠਾਈ। ਸੋਚਤ
ਸਾਚਤ ਰੈਣ ਬਿਹਾਨੀ ਅਨਿਕ ਰੰਗ ਮਾਇਆ ਕੀ ਚਿਤਵਤ ਕਬਹੁ ਨਾ ਸਿਮਰੈ ਸਾਰਿਗ ਪਾਨੀ ਆਨੰਦ ਮੂਸਾ ਲਾਗ ਟੁਕਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਨਿਰਦੀ ਮਰਜ਼ਾਦਾ ਅਨੁਸਾਰ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਗੁਰੂ ਸ਼ਬਦ ਦੇ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰਕੇ ਵਿਸਰੇ ਹੋਏ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਦਿਵਾ ਰਹੇ ਹਨ। ਮਨੁੱਖ ਅਗਿਆਤ ਹੋ ਕੇ ਪਰਮਾਤਮਾ ਨੂੰ ਭੁਲਾਈ ਬੈਠਾ ਹੈ। ਇੱਥੋਂ ਤੱਕ ਕਿ ਮਰਨਾ ਵੀ ਇਹ ਜੀਵ ਨੇ ਵਿਸਾਰ ਦਿੱਤਾ ਹੈ। ਪਰਮਾਤਮਾ ਨੂੰ ਕਦੇ ਯਾਦ ਨਹੀਂ ਕਰਦਾ, ਕਦੇ ਮੌਤ ਵੀ ਚੇਤੇ ਨਹੀਂ ਕਰਦਾ, ਜਿਸ ਕਰਕੇ ਪਰਮੇਸ਼ਰ ਦੀ ਯਾਦ ਆ ਜਾਵੇ। ਕੇਵਲ ਸੰਸਾਰ ਦੇ ਹਰ ਸਮੇਂ ਧੰਦਿਆਂ ਵਿੱਚ ਹੀ ਖਜਤ ਹੋਇਆ ਰਹਿੰਦਾ ਹੈ, ਮਾਇਆ ਦੇ ਸੁੱਖਾਂ ਵਿੱਚ ਹੀ ਪਰਚਿਆ ਰਹਿੰਦਾ ਹੈ। ਵਿਸ਼ੇ ਸੁੱਖਾਂ ਨੂੰ ਭੋਗਣ ਦੇ ਵਿੱਚ ਹੀ ਆਪਣੀ ਜ਼ਿੰਦਗੀ ਅਕਾਰਤ ਬਤੀਤ ਕਰੀ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਗਿਆਨ ਦੀ ਦਾਤ ਬਖਸ਼ਿਸ਼ ਕਰਨ ਲਈ ਪਾਵਨ ਸ਼ਬਦ ਅੰਦਰ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ। ਪਿਆਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਆਨੰਦ ਮੂਸਾ ਲਾਗ ਟੁਕਾਈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਉਚਾਰਨ ਕਰ ਰਹੇ ਹਨ ਆਸਾ ਰਾਗ ਅੰਦਰ। हे ਪ੍ਰਾਣਧਾਰੀ ਜੀਵ, ਪਰਮਾਤਮਾ ਨੇ ਜੋ ਤੈਨੂੰ ਪਰਾਰਬਧ ਦਿੱਤੀ ਹੈ, ਜਨਮ ਤੋਂ ਲੈ ਕੇ ਮਰਨ ਤੱਕ ਜੋ ਪਰਮਾਤਮਾ ਨੇ ਤੈਨੂੰ ਆਰਮਲਾ ਬਖਸ਼ੀ ਹੈ,
ਪਰਮੇਸ਼ਰ ਦੀ ਬਖਸ਼ੀ ਹੋਈ ਜੋ ਆਰਬਲਾ ਹੈ ਨਿਤਾ ਪ੍ਰਤੀ ਬਤੀਤ ਹੁੰਦੀ ਜਾ ਰਹੀ ਹੈ। ਉਮਰ ਨਿਤ ਹੀ ਤੇਰੀ ਘਟਦੀ ਜਾ ਰਹੀ ਹੈ। ਜਿੰਨੀ ਪ੍ਰਮਾਤਮਾ ਨੇ ਤੁਰੋਂ ਹੀ ਤੇਰੀ ਆਰਬਲਾ ਲਿਖ ਕਰਕੇ ਪਾਈ ਹੈ, ਦਿਨ ਬਰ ਦਿਨ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਸਤਿਗੁਰੂ ਜੀ ਦਾ ਗੁਰਬਾਣੀ ਅੰਦਰ ਪਾਵਨ ਫਰਮਾਨ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਘਟੈ ਤਨ ਛੀਜੈ। ਦਿਨਾਂ ਤੋਂ ਪਹਿਰ, ਪਹਿਰਾਂ ਤੋਂ ਘੜੀਆਂ, ਫਿਰ ਪਲ ਪਲ ਕਰਦਾ ਹੋਇਆ ਨਿਮਕ ਨਿਮਕ ਮਾਤਰ ਸਮਾਂ ਤੇਰਾ ਘਟਦਾ ਜਾ ਰਿਹਾ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹਹੁ ਕਵਨ ਬਿਦ ਕੀਜੈ। ਕਾਲ ਹਰ ਸਮੇਂ ਤਾੜਨਾ ਦੇ ਵਿੱਚ ਹੈ। ਕਿਹੜਾ ਸਮਾਂ ਹੋਵੇ, ਦੇਸ ਕਾਲ ਵਸਤੂ ਪੂਰਾ ਹੋ ਜਾਵੇ, ਤੈਨੂੰ ਝਪਟ ਮਾਰ ਕਰਕੇ ਖਾ ਜਾਵੇ। ਫਿਰ ਹੈ ਜੀਵਾ, ਮਹਾਰਾਜ ਕਹਿੰਦੇ ਕਿ ਤੇਰੇ ਵਾਸਤੇ ਕਰਨਾ ਕੀ ਹੈ ਸੰਸਾਰ ਦੇ ਅੰਦਰ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਿਤਾ, ਕਹੋ ਕੋ ਹੈ ਕਾ ਕਾ। ਜੋ ਮਾਤਾ ਪਿਤਾ, ਧੀਆਂ ਪੁੱਤਰ, ਸਕੇ ਸੰਬੰਧੀ ਮਿੱਤਰ ਹਨ, ਜਿਨ੍ਹਾਂ ਨੂੰ ਆਪਣੇ ਮੰਨੀ ਬੈਠਾ ਹੈ, ਇਹਨਾਂ ਵਿੱਚੋਂ ਕਿਸੇ ਵੀ ਤੇਰੇ ਸਹਾਇਕ ਨਹੀਂ ਬਣਦਾ। ਜਿਨ੍ਹਾਂ ਵਿੱਚ ਚਿੱਤ ਬਿਰਤੀ ਜੋੜ ਕੇ ਰੱਖਦਾ, ਸਰੀਰਾਂ ਦਾ ਮੋਹ ਕਰਦਾ ਰਹਿੰਦਾ, ਪਰਮਾਤਮਾ ਨੂੰ ਕਦੇ ਯਾਦ ਨਹੀਂ ਕਰਦਾ, ਇਹਨਾਂ ਨੇ ਕਿਸੇ ਵੀ ਤੇਰੀ ਰੱਖਿਆ ਨਹੀਂ ਕਰਨੀ। ਇਸ ਲਈ ਮਹਾਰਾਜ ਕਹਿੰਦੇ ਸੋ ਦਿਨ ਆਵਨ ਲਾਗਾ। ਇਹ ਪ੍ਰਾਣਾ ਧਾਰੀ ਜੀਵ, ਉਹ ਦਿਨ ਤੇਰੇ ਤੇ ਵੀ ਆਉਣ ਵਾਲਾ ਹੈ। ਮਹਾਰਾਜ ਕਿਹੜਾ ਦਿਨ? ਹਜੂਰ ਕਹਿੰਦੇ ਜਿਹੜਾ ਤੇਰੇ ਵੱਡਿਆਂ ਵਡੇਰਿਆਂ ਤੇ ਆਇਆ ਸੀ, ਉਹ ਵੀ ਸਰੀਰ ਕਰਕੇ ਸੰਸਾਰ ਵਿੱਚ ਸਦਾ ਨਹੀਂ ਰਹੇ। ਹੇ ਬੇਸਮਝ ਜੀਵ, ਤੂੰ ਵੀ ਸੰਸਾਰ ਵਿੱਚ ਸਦਾ ਰਹਿਣਾ ਨਹੀਂ ਹੈ। ਸਰੀਰ ਕਰਕੇ ਕਿਸੇ ਵੀ ਜੀਵ ਦਾ ਜਗਤ ਵਿੱਚ ਰਹਿਣਾ ਨਹੀਂ ਬਣਦਾ। ਇਸ ਲਈ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਕਰ, ਪ੍ਰਮਾਤਮਾ ਦਾ ਚਿੰਤਨ ਕਰਿਆ ਕਰ, ਤੇਰਾ ਜੀਵਨ ਸਫਲ ਹੋ ਜਾਵੇਗਾ। ਕਦੇ ਤੈਨੂੰ ਜਮਾਂ ਦੀ ਮਾਰ ਨਹੀਂ ਪਵੇਗੀ ਜੇ ਸੰਸਾਰ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੀ ਬੰਦਗੀ ਕਰੇਗਾ, ਵਾਹਿਗੁਰੂ ਦੀ ਭਗਤੀ ਵਿੱਚ ਲੀਨ ਹੋ ਕਰਕੇ ਰਹੇਗਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰਦੇ ਹਨ, ਅਨ ਦਿਨ ਮੂਸਾ ਲਾਜ ਟੁਕਾਈ। ਹਜੂਰ ਕਹਿੰਦੇ ਹਨ ਕਿ ਜਿਹੜਾ ਇਹ ਚੂਹਾ ਹੈ ਨਾ, ਮੂਸਾ ਨਾਮ ਹੈ ਚੂਹੇ ਦਾ, ਇਹ ਜੀਵ ਦੀ ਜਿਹੜੀ ਅਵਸਥਾ ਰੂਪ ਭਾਵ ਜ਼ਿੰਦਗੀ ਰੂਪ ਜਿਹੜੀ ਸਾਧ ਸੰਗਤ ਜੀ ਰੱਸੀ ਇਹਨੂੰ ਕੱਟੀ ਜਾ ਰਿਹਾ ਹੈ, ਕੱਟੀ ਜਾ ਰਿਹਾ ਹੈ, ਦਿਨ ਬਰ ਦਿਨ ਕੁਤਰੀ ਜਾ ਰਿਹਾ ਹੈ। ਦਿਨ ਤੇ ਰਾਤ ਇਹ ਮੰਨ ਲਓ ਚਿੱਟਾ ਤੇ ਕਾਲੇ ਰੰਗ ਦੇ ਦੋ ਚੂਹੇ ਹਨ। ਇਹ ਸਰੀਰ ਰੂਪੀ ਸਾਧ ਸੰਗਤ ਜੀ ਆਰਬਲਾ ਉਮਰਾ ਰੂਪੀ ਜੜ ਨੂੰ ਹਰ ਰੋਜ਼ ਕੁਤਰੀ ਜਾ ਰਹੇ ਹੈ, ਕੁਤਰੀ ਜਾ ਰਹੇ ਹਨ। ਕਿਉਂਕਿ ਦਿਨ ਬਰ ਦਿਨ ਜਿਵੇਂ ਜਿਵੇਂ ਉਮਰਾ ਘਟਦੀ ਜਾ ਰਹੀ ਹੈ, ਆਰਬਲਾ ਜੀਵ ਦੀ ਖਤਮ ਹੁੰਦੀ ਜਾ ਰਹੀ ਹੈ। ਇਹ ਜਾਣੋ ਕਿ ਦਿਨ ਤੇ ਰਾਤ ਦੋ ਚੂਹੇ, ਚਿੱਟਾ ਤੇ ਕਾਲੇ ਰੰਗ ਦੇ ਚੂਹੇ ਕੱਟੀ ਜਾ ਰਹੇ ਹਨ। ਮਹਾਰਾਜ ਹਜੂਰ ਨੇ ਅਲੰਕਾਰ ਬਣਾ ਕੇ ਉਪਦੇਸ਼ ਦਿੱਤਾ ਹੈ, ਅਨ ਦਿਨ ਮੂਸਾ ਲਾਜ ਟੁਕਾਈ। ਨਿਤਾ ਪ੍ਰਤੀ ਹੀ ਜੀਵ ਤੇਰੀ ਜ਼ਿੰਦਗੀ ਉਮਰ ਰੂਪੀ ਲੱਜ ਨੂੰ ਇਹ ਚੂਹਾ ਕੱਟੀ ਜਾ ਰਿਹਾ ਹੈ। ਗਿਰਤ ਕੂਪ ਮਹਿ ਖਾਹੇ ਮਿਠਾਈ। ਤੇ ਫਿਰ ਵੀ ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਗ੍ਰਿਸ਼ਤ ਰੂਪੀ ਅੰਨੇ ਖੂਹ ਦੇ ਵਿੱਚ ਡਿੱਗਾ ਹੋਇਆ ਵਿਸ਼ਿਆਂ, ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਵਿਸ਼ਿਆਂ ਵਿਕਾਰਾਂ ਨੂੰ ਹਰ ਸਮੇਂ ਮਿਠਾਸ ਨੂੰ ਖਾਈ ਜਾ ਰਿਹਾ ਹੈ। ਇਹ ਸ਼ਹਿਦ ਦੀ ਤਰ੍ਹਾਂ ਮਿੱਠਾ ਜਾਣ ਕਰਕੇ ਇਹਨਾਂ ਨੂੰ ਖਾਈ ਜਾਂਦਾ ਹੈ, ਖਾਈ ਜਾਂਦਾ ਹੈ। ਪਤਾ ਵੀ ਹੈ ਕਿ ਮੇਰੀ ਆਰਬਲਾ ਲੰਘਦੀ ਜਾ ਰਹੀ ਹੈ, ਉਮਰ ਮੇਰੀ ਬੀਰਦੀ ਜਾ ਰਹੀ ਹੈ। ਪਰਮਾਤਮਾ ਦਾ ਭਜਨ ਬੰਦਗੀ ਕਰਕੇ ਮੈਂ ਆਪਣੀ ਉਮਰ ਨੂੰ ਲੇਖੇ ਲਾ ਲਵਾਂ, ਮਿਲੇ ਹੋਏ ਅਮੋਲਕ ਸਵਾਸਾਂ ਨੂੰ ਸਫਲਿਆ ਕਰ ਲਵਾਂ, ਪਰ ਇਹ ਜੀਵ ਤੂੰ ਕਦੇ ਵੀ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ। ਇਹਨਾਂ ਪੰਕਤੀਆਂ ਦੇ ਆਧਾਰ ਤੇ ਸਾਧ ਸੰਗਤ ਜੀ ਇੱਕ ਪੌਰਾਣਿਕ ਕਥਾ ਹੈ ਜਿਸ ਦਾ ਜ਼ਿਕਰ ਮਹਾਭਾਰਤ ਦੇ ਵਿੱਚ ਆਉਂਦਾ ਹੈ। ਬੜੇ ਸੋਹਣੇ ਢੰਗ ਦੇ ਨਾਲ ਰੂਪਕ ਅਲੰਕਾਰ ਬਣਾ ਕਰਕੇ ਉਪਦੇਸ਼ ਦਿੱਤਾ ਹੈ। ਕਹਿੰਦੇ ਕਿ ਇੱਕ ਬ੍ਰਾਹਮਣ ਬੜੇ ਭਿਆਨਕ ਬੀਆਬਾਨ ਜੰਗਲ ਦੇ ਵਿੱਚ ਚਲਾ ਗਿਆ, ਲੰਘ ਰਿਹਾ ਸੀ। ਇੱਕੋ ਸਮੇਂ ਕਿੰਨੀਆਂ ਹੀ ਆਫਤਾਂ ਉਹਦੇ ਉੱਪਰ ਆ ਗਈਆਂ, ਕਿੰਨੀਆਂ ਹੀ ਬਿਪਤਾ ਨੇ ਆ ਕੇ ਉਹਨੂੰ ਘੇਰਾ ਪਾ ਲਿਆ।
ਸਾਹਮਣੇ ਕੀ ਦੇਖਿਆ ਕਿ ਇੱਕ ਬੜੀ ਵੱਡੀ ਡੈਣ ਲੰਬੀਆਂ ਲੰਬੀਆਂ ਬਾਹਾਂ ਖਲਾਰ ਕਰਕੇ ਬੜਾ ਡਰਾਉਣਾ ਉਹਦਾ ਸਰੂਪ ਤੇ ਉਹ ਬ੍ਰਾਹਮਣ ਦੇ ਵੱਲ ਭੱਜੀ ਆ ਰਹੀ ਸੀ ਕਿ ਤੈਨੂੰ ਜਿਉਂਦੇ ਹੀ ਖਾ ਲੈਣਾ। ਦੂਜੇ ਪਾਸੇ ਦੇਖਿਆ ਕਿ ਲਟ ਲਟ ਕਰਦੀ ਹੋਈ ਜੰਗਲ ਦੇ ਵਿੱਚ ਬੜੀ ਭਿਆਨਕ ਅੱਗ ਬਲ ਰਹੀ ਸੀ। ਤੀਜੇ ਪਾਸੇ ਦੇਖਿਆ ਕਿ ਨਦੀ ਦਾ ਪਾਣੀ ਹੜ੍ਹ ਦੀ ਤਰ੍ਹਾਂ ਚੜ੍ਹ ਕੇ ਆ ਰਿਹਾ ਸੀ। ਜਦੋਂ ਚੌਥੇ ਪਾਸੇ ਪਿਛਲੇ ਪਾਸੇ ਮੁੜ ਕਰਕੇ ਦੇਖਿਆ ਤੇ ਇੱਕ ਭੁੱਖਾ ਸ਼ੇਰ ਮੂੰਹ ਅੱਡ ਕੇ ਖੜਾ ਹੋਇਆ ਸੀ। ਚੌਹਾਂ ਪਾਸਿਓਂ ਤੋਂ ਬਿਪਤਾ ਦੇਖ ਕਰਕੇ ਕਿ ਹੁਣ ਮੈਂ ਕਿਸ ਪਾਸੇ ਜਾਵਾਂ। ਜਿੱਥੇ ਖਲੋਤਾ ਸੀ ਉਸੇ ਇੱਕ ਸਾਧ ਸੰਗਤ ਜੀ ਖੂਹ ਸੀ ਤੇ ਖੂਹ ਦੇ ਐਨ ਕਿਨਾਰੇ ਤੇ ਬਹੁਤ ਵੱਡਾ ਇੱਕ ਬੋਹੜ ਸੀਗਾ। ਉਹਦੀਆਂ ਲੰਬੀਆਂ ਲੰਬੀਆਂ ਜਿਵੇਂ ਦਾੜੀ ਜੜ੍ਹਾਂ ਹੁੰਦੀਆਂ ਨਾ, ਉਹ ਲੱਜਾਂ ਬਣੀਆਂ ਹੁੰਦੀਆਂ ਰੱਸੀ ਦੀ ਤਰ੍ਹਾਂ ਲੰਬੀਆਂ ਸਾਰੀਆਂ, ਉਹ ਖੂਹ ਦੇ ਵਿੱਚ ਲਮਕ ਰਹੀਆਂ ਨੇ। ਫਿਰ ਹੋਰ ਤਾਂ ਕਿਸੇ ਪਾਸੇ ਕੋਈ ਦਾਅ ਪੇਚ ਨਹੀਂ ਲੱਗਾ। ਚੌਹਾਂ ਪਾਸਿਆਂ ਤੋਂ ਬਿਪਤਾ ਜਾਣ ਕੇ ਉਹ ਦਾੜੀ ਨੂੰ ਫੜ ਕੇ, ਲੱਜਾਂ ਜਾਣ ਕੇ ਲੱਜ ਨੂੰ ਫੜ ਕਰਕੇ ਤੇ ਖੂਹ ਦੇ ਵਿੱਚ ਜਾ ਕੇ ਕਿ ਮੈਂ ਖੂਹ ਦੇ ਵਿੱਚ ਚਲਾ ਜਾਵਾਂਗਾ, ਮੇਰਾ ਬਚਾਅ ਹੋ ਜਾਵੇਗਾ, ਕਿਉਂਕਿ ਚੌਹਾਂ ਪਾਸਿਆਂ ਤੋਂ ਰਸਤੇ ਬੰਦ, ਕਿਸੇ ਪਾਸੇ ਵੀ ਮੇਰੇ ਤੋਂ ਨਿਕਲਿਆ ਨਹੀਂ ਜਾ ਰਿਹਾ। ਜਦੋਂ ਉਹਨੂੰ ਫੜ ਕਰਕੇ ਲੱਜ ਨੂੰ ਹੇਠਾਂ ਗਿਆ ਤੇ ਕੀ ਦੇਖਿਆ ਸਾਧ ਸੰਗਤ ਜੀ, ਖੂਹ ਦੇ ਵਿੱਚ ਬੜਾ ਵੱਡਾ ਇਸਰਾਲ, ਬਹੁਤ ਵੱਡਾ ਭਿਆਨਕ ਸੱਪ ਤੇ ਉਹਨੇ ਮੂੰਹ ਅੱਡਿਆ ਹੋਇਆ। ਫਿਰ ਹੇਠਾਂ ਵੀ ਉਤਰ ਨਹੀਂ ਸਕਦਾ, ਉੱਥੇ ਲਟਕਿਆ ਹੋਇਆ ਤੇ ਉਸ ਲੱਜ ਨੂੰ ਚਿੱਟੇ ਤੇ ਕਾਲੇ ਰੰਗ ਦਾ ਦੋ ਚੂਹਾ ਕੁਤਰੀ ਜਾ ਰਹੇ ਸਨ ਦੰਦਾਂ ਦੇ ਨਾਲ। ਉਹ ਜਿੱਥੋਂ ਫੜਿਆ ਉੱਪਰੋਂ ਉਹਦੇ ਸਾਧ ਸੰਗਤ ਜੀ ਚੂਹੇ ਕੁਤਰੀ ਜਾ ਰਹੇ ਤੇ ਉਸੇ ਹੀ ਲੱਜ ਦੇ ਨਾਲ ਇੱਕ ਮਖਿਆਲ ਲੱਗੀ ਹੋਈ ਸੀ। ਉਹ ਜਦੋਂ ਲੱਜ ਹਿੱਲੀ ਤੇ ਉਸ ਸਮੇਂ ਸਾਧ ਸੰਗਤ ਜੀ ਜਿਹੜਾ ਸ਼ਹਿਦ ਸੀ ਨਾ ਉਹ ਚੋਣ ਲੱਗ ਪਿਆ ਤੇ ਜੋ ਤਾਂ ਉੱਪਰ ਚੜ੍ਹਨ ਲੱਗਾ ਤੇ ਉੱਤੇ ਇੱਕ 12 ਮੂੰਹ ਵਾਲਾ ਬੜਾ ਭਿਆਨਕ ਬੜੇ ਵੱਡੇ ਆਕਾਰ ਦਾ ਹਾਥੀ ਆ ਗਿਆ। ਇਹ ਸਾਰੇ ਪਾਸੇ ਬਿਪਤਾ ਦੇਖ ਕਰਕੇ ਉਹ ਬ੍ਰਾਹਮਣ ਬੜਾ ਸਾਧ ਸੰਗਤ ਜੀ ਡਰਿਆ। ਪਰ ਜਦੋਂ ਸ਼ਹਿਦ ਚੋਣ ਲੱਗ ਪਿਆ ਤੇ ਉਹਦੇ ਮੂੰਹ ਦੇ ਵਿੱਚ ਧਤੀਰੀ ਪੈਣ ਲੱਗੀ ਤੇ ਇੰਨਾ ਜ਼ਿਆਦਾ ਮਸਤ ਹੋਇਆ ਕਿ ਉਹਨੂੰ ਸਾਰੇ ਜਿੰਨੇ ਬਿਪਤਾ ਸੀ ਭੁੱਲ ਗਈਆਂ। ਜਿੰਨਾ ਵੀ ਮਨ ਦੇ ਵਿੱਚ ਡਰ ਬਣਿਆ ਹੋਇਆ ਸੀ ਸਾਰਾ ਵਿਸਰ ਗਿਆ। ਇੰਨਾ ਉਹ ਰਸ ਦੇ ਵਿੱਚ ਮਸਤ ਹੋਇਆ ਕਿ ਜਿਹੜਾ ਕਾਲੇ ਤੇ ਚਿੱਟੇ ਰੰਗ ਦੇ ਦੋ ਚੂਹੇ ਉਹ ਜੜ ਨੂੰ ਕੱਟੀ ਜਾ ਰਹੇ ਸਨ, ਸਹਿਜੇ ਸਹਿਜੇ ਦੋਹਾਂ ਚੂਹਿਆਂ ਨੇ ਕੁਤਰ ਦਿੱਤਾ ਤੇ ਉਹ ਬ੍ਰਾਹਮਣ ਵਿਚਾਰਾ ਅਸਰਾਲ ਦੇ ਮੂੰਹ ਵਿੱਚ ਜਾ ਕੇ ਡਿੱਗ ਪਿਆ, ਮੌਤ ਦੇ ਮੂੰਹ ਵਿੱਚ ਪੈ ਗਿਆ। ਇਹੋ ਸਾਧ ਸੰਗਤ ਜੀ ਉਹ ਆਪਣੀ ਰੱਖਿਆ ਨਹੀਂ ਸੀ ਕਰ ਸਕਿਆ। ਇਸੇ ਪ੍ਰਕਾਰ ਇਹਦਾ ਅੰਤਰੀਵ ਵੀ ਭਾਵ ਹੈ। ਸੰਸਾਰ ਰੂਪ ਇੱਕ ਬੀਆਬਾਨ ਜੰਗਲ ਹੈ। ਇਹ ਜੀਵ ਆਪਣਾ ਬ੍ਰਾਹਮਣ ਦੀ ਤਰ੍ਹਾਂ ਹੈ ਜੋ ਚੌਹਾਂ ਪਾਸਿਆਂ ਤੋਂ ਬਿਪਤਾ ਦੇ ਨਾਲ ਘੇਰਿਆ ਹੋਇਆ ਹੈ। ਸਾਹਮਣੇ ਤਾਂ ਸਾਧ ਸੰਗਤ ਜੀ ਬਿਰਧ ਅਵਸਥਾ ਰੂਪੀ ਡੈਣ ਰੋਗਾਂ ਰੂਪੀ ਬਾਹਾਂ ਨੂੰ ਖਲਾਰ ਕਰਕੇ ਫਿਰ ਜਵਾਨੀ ਦੀਆਂ ਟਾਹਣੀਆਂ ਨੂੰ ਭੰਨਦੀ ਹੋਈ ਆ ਰਹੀ ਹੈ। ਦੂਜੇ ਪਾਸੇ ਕੀ ਦੇਖਿਆ ਕਿ ਤ੍ਰਿਸ਼ਨਾ ਦੀ ਪ੍ਰਚੰਡ ਲਟ ਲਟ ਕਰਦੀ ਹੋਈ ਅੱਗ ਬਲ ਰਹੀ ਹੈ। ਤੀਜੇ ਪਾਸੇ ਆਸਾ ਰੂਪੀ ਨਦੀ ਦਾ ਪਾਣੀ ਪਦਾਰਥਾਂ ਰੂਪੀ ਹੜ੍ਹ ਬਣ ਕਰਕੇ ਆ ਰਿਹਾ ਹੈ। ਚੌਥੇ ਪਾਸੇ ਹੰਕਾਰ ਰੂਪੀ ਸ਼ੇਰ ਫੁੰਕਾਰੇ ਮਾਰ ਰਿਹਾ, ਗਰਜ ਰਿਹਾ ਹੈ। ਚੌਹਾਂ ਪਾਸਿਆਂ ਤੋਂ ਬਿਪਤਾ ਦੇਖੀ। ਇੱਕ ਗ੍ਰਿਸ਼ਟ ਰੂਪੀ ਖੂਹ ਦੇ ਵਿੱਚ ਜੀਵ ਨੇ ਪ੍ਰਵੇਸ਼ ਹੋ ਜਾਣਾ ਕੀਤਾ। ਉਮਰ ਰੂਪੀ ਲਾਜੇ ਹੈ ਜਿਸ ਨੂੰ ਪਕੜਿਆ ਹੋਇਆ। ਦਿਨ ਤੇ ਰਾਤ ਚਿੱਟਾ ਤੇ ਕਾਲਾ ਚੂਹੇ ਦੀ ਤਰ੍ਹਾਂ ਨਿਤਾ ਪ੍ਰਤੀ ਉਮਰਾਂ ਰੂਪੀ ਜ਼ਿੰਦਗੀ ਰੂਪੀ ਲੱਜ ਨੂੰ ਇਹ ਕੁਤਰੀ ਜਾ ਰਹੇ ਹਨ, ਕੁਤਰੀ ਜਾ ਰਹੇ ਹੈ, ਕੱਟੀ ਜਾ ਰਹੇ ਹਨ। ਤੇ ਇਸ ਲੱਜ ਦੇ ਉੱਪਰ ਸਾਧ ਸੰਗਤ ਜੀ ਮਾਇਆ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ਿਆਂ ਰੂਪੀ ਮਾਖਿਓ ਲੱਗੀ ਹੋਈ ਹੈ, ਜਿਨ੍ਹਾਂ ਦਾ ਰਸ ਜਿਹੜਾ ਹੈ ਮਿੱਠਾ ਜਾਣ ਕਰਕੇ ਜੀਵ ਨੇ ਪਰਤ ਜਾਣਾ ਕੀਤਾ। ਤੇ ਜਿਹੜਾ 12 ਮਹੀਨੇ ਹੈ ਨਾ, ਇਹ 12 ਮੂੰਹਾਂ ਵਾਲਾ ਸਾਲ ਦੀ ਤਰ੍ਹਾਂ ਇਹ ਜਾਣੋ ਕਿ ਸਾਲ ਰੂਪੀ ਹਾਥੀ ਉੱਪਰ ਆ ਕਰਕੇ ਖੜਾ ਹੋ ਗਿਆ। ਨਿਤਾ ਪ੍ਰਤੀ ਦਿਨ ਬਤੀਤ ਹੁੰਦੇ ਜਾਂਦੇ ਹੈ, ਸਾਲਾਂ ਬੱਧੀ ਸਮਾਂ ਜਿਹੜਾ ਜੀਵ ਦਾ ਜ਼ਿੰਦਗੀ ਦਾ ਅਜ਼ਾਈ ਲੰਘਦਾ ਜਾਂਦਾ ਹੈ। ਫਿਰ ਦਿਨ ਤੇ ਰਾਤ ਇਹ ਚਿੱਟੇ ਤੇ ਕਾਲੇ ਚੂਹੇ ਦੀ ਤਰ੍ਹਾਂ ਜ਼ਿੰਦਗੀ ਰੂਪ ਲੱਜ ਨੂੰ, ਉਮਰਾਂ ਰੂਪ ਲੱਜ ਨੂੰ ਕੱਟੀ ਜਾ ਰਹੇ ਨੇ। ਤੇ ਹੇਠਾਂ ਕੀ ਹੈ, ਕਾਲ ਰੂਪੀ ਅਸਰਾਲ ਬਹੁਤ ਵੱਡੇ ਆਕਾਰ ਦਾ ਮੂੰਹ ਅੱਡ ਕਰਕੇ ਜੀਵ ਨੂੰ ਦੇਖਦਾ ਪਿਆ। ਸਾਧ ਸੰਗਤ ਜੀ ਪਤਾ ਵੀ ਹੈ ਕਿ ਚੌਹਾਂ ਪਾਸਿਆਂ ਤੋਂ ਕੀ ਸਾਰਿਆਂ ਪਾਸਿਆਂ ਤੋਂ ਬਿਪਤਾ ਦੇ ਵਿੱਚ ਘਿਰਿਆ ਹੋਇਆ, ਪਰ ਵਿਸ਼ੇ ਸੁੱਖਾਂ ਦੇ ਵਿੱਚ ਇੰਨਾ ਜ਼ਿਆਦਾ ਇਹ ਜੀਵ ਮਸਤ ਹੋ ਗਿਆ
ਇਹ ਮਖਿਆਲ ਭਾਵ ਕਿ ਸ਼ਹਿਦ ਦੀ ਤਰ੍ਹਾਂ ਮਿੱਠੇ ਜਾਣ ਕਰਕੇ, ਵਿਕਾਰਾਂ ਵਿਸ਼ਿਆਂ ਰੂਪੀ ਸ਼ਹਿਦ ਨੂੰ ਮਿੱਠਾ ਜਾਣ ਕਰਕੇ ਇੰਨਾ ਮਨ ਪਰਚਿਆ ਕਿ ਸਾਰੀਆਂ ਬਿਪਤਾ ਭੁੱਲ ਗਈਆਂ, ਕੇਵਲ ਉਹ ਸਵਾਰ ਦੇ ਵਿੱਚ ਹੀ ਜੀਵ ਨੇ ਪਰਚੇ ਜਾਣਾ ਕੀਤਾ। ਫਿਰ ਜਦੋਂ ਸਹਿਜੇ ਸਹਿਜੇ ਦਿਨ ਅਤੇ ਰਾਤ ਇਹਨਾਂ ਚਿੱਟੇ ਤੇ ਕਾਲੇ ਚੂਹਿਆਂ ਨੇ ਜੀਵ ਦੀ ਲੱਜ ਉਮਰ ਰੂਪੀ ਲੱਜ ਨੂੰ ਕੁਤਰ ਦਿੱਤਾ, ਫਿਰ ਇਸ ਨੇ ਸਿੱਧਾ ਹੀ ਕਾਲ ਰੂਪੀ ਅਸਰਾਲ ਦੇ ਮੂੰਹ ਵਿੱਚ ਜਾਣਾ ਕੀਤਾ। ਕਾਲ ਰੂਪੀ ਭਿਆਨਕ ਸੱਪ ਦੇ ਮੂੰਹ ਵਿੱਚ ਚਲਾ ਗਿਆ। ਜ਼ਿੰਦਗੀ ਅਜਾਈ ਅਕਾਰਤ ਹੀ ਇਸ ਨੇ ਆਪਣੀ ਬਤੀਤ ਕਰ ਦਿੱਤੀ ਹੈ। ਜ਼ਿੰਦਗੀ ਨੂੰ ਸਵਾਰ ਨਾ ਸਕਿਆ, ਆਪਣਾ ਬਚਾਓ ਨਾ ਕਰ ਸਕਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਹੜਾ ਅਗਿਆਤ ਜੀਵ ਹੈ ਨਾ, ਸ਼ੁਭ ਗੁਣਾਂ ਤੋਂ ਸਖਣਾ ਹੋਣੇ ਕਰਕੇ ਆਪਣਾ ਭਲਾ ਨਹੀਂ ਕਰ ਸਕਦਾ, ਆਪਣਾ ਬਚਾਓ ਨਹੀਂ ਕਰ ਸਕਦਾ। ਕਿਉਂਕਿ ਔਗੁਣਾਂ ਦਾ ਜਿਹੜਾ ਸਤ ਸੰਗਤ ਜੀ ਮੁਕਾਬਲਾ ਹੈ, ਜੋ ਜਿਵੇਂ ਵਿਕਾਰਾਂ ਰੂਪੀ ਦੁਸ਼ਮਣੀ ਹੈ, ਇਹਨਾਂ ਦੇ ਨਾਲ ਮੁਕਾਬਲਾ ਕਰਨ ਦੇ ਵਾਸਤੇ, ਇਹਨਾਂ ਨੂੰ ਜਿੱਤਣ ਦੇ ਵਾਸਤੇ ਸ਼ੁਭ ਗੁਣਾਂ ਰੂਪੀ ਸ਼ਸਤਰਾਂ ਦੀ ਲੋੜ ਪੈਂਦੀ ਹੈ। ਸ਼ੁਭ ਗੁਣਾਂ ਰੂਪੀ ਸ਼ਸਤਰਾਂ ਤੋਂ ਬਿਨਾਂ ਕਦੇ ਇਹਨਾਂ ਵਿਕਾਰਾਂ ਔਗੁਣਾਂ ਰੂਪੀ ਦੁਸ਼ਮਣਾਂ ਨੂੰ ਫਤਿਹ ਨਹੀਂ ਕੀਤਾ ਜਾ ਸਕਦਾ। ਤੋ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਸ ਬੇਗਿਆਤ ਜੀਵ ਨੇ ਆਪਣੀ ਜ਼ਿੰਦਗੀ ਜਿਹੜੀ ਆਕਾਰ ਤੇ ਬਤੀਤ ਕਰ ਦਿੱਤੀ ਹੈ। ਨਿਤਾ ਪ੍ਰਤੀ ਉਮਰਾਂ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ, ਪਰ ਬੇਸਮਝ ਹੋਣੇ ਕਰਕੇ, ਮਤ ਤੇ ਭਰਮ ਰੂਪੀ ਪੜਦਾ ਪੈਣੇ ਕਰਕੇ ਕਿ ਨਾ ਮਹਾਰਾਜ ਮੇਰੀ ਤਾਂ ਜ਼ਿੰਦਗੀ ਅਜੇ ਬੜੀ ਲੰਬੀ ਹੈ, ਮੇਰੀ ਤਾਂ ਉਮਰ ਅਜੇ ਕੁਝ ਵੀ ਨਹੀਂ ਹੋਈ, ਅਜੇ ਤਾਂ ਜਵਾਨੀ ਦਾ ਮਾਨਣ ਦਾ ਸਮਾਂ, ਅਜੇ ਤਾਂ ਰੰਗਾਂ ਦੀ ਦੁਨੀਆ ਦੇਖਣ ਦਾ ਸਮਾਂ, ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਭੋਗਣ ਦਾ ਸਮਾਂ, ਅਜੇ ਮੈਂ ਭਜਨ ਬੰਦਗੀ ਕਰਕੇ ਕੀ ਲੈਣਾ, ਅਜੇ ਮੈਨੂੰ ਗੁਰੂ ਵਾਲਾ ਬਣਨ ਦੀ ਲੋੜ ਨਹੀਂ, ਸਤ ਸੰਗਤ ਕਰਨ ਦੀ ਲੋੜ ਨਹੀਂ। ਇਤਿਆਦਿ ਕਈ ਤਰ੍ਹਾਂ ਦੇ ਮਨ ਦੀਆਂ ਘਾੜਤਾਂ ਘਟ ਕਰਕੇ ਇਹ ਜੀਵ ਆਪਣੀ ਜ਼ਿੰਦਗੀ ਨੂੰ ਅਜਾਈਂ ਬਤੀਤ ਕਰੀ ਜਾ ਰਿਹਾ ਹੈ, ਬਤੀਤ ਕਰੀ ਜਾ ਰਿਹਾ ਹੈ। ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਭਗਤ ਰਸਨਾ ਦੁਆਰਾ। ਮਹਾਰਾਜ ਕਹਿੰਦੇ ਆਰਬਲਾ ਉਹੋ ਹੀ ਸਫਲੀ ਹੈ ਜੋ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਲੰਘ ਜਾਵੇ। ਮਹਾਰਾਜ ਕਹਿੰਦੇ ਕਿ ਉਹ ਜ਼ਿੰਦਗੀ ਦਾ ਸਮਾਂ, ਉਹ ਘੜੀ ਪਲ ਉਹ ਸਫਲੇ ਹੁੰਦੇ ਜਦੋਂ ਪਰਮਾਤਮਾ ਚੇਤੇ ਆਉਂਦਾ ਹੈ। ਭਗਤ ਫਰੀਦ ਸਾਹਿਬ ਜੀ ਦਾ ਪਾਵਨ ਸ਼ਲੋਕ ਹੈ ਗੁਰਬਾਣੀ ਵਿੱਚ, ਹਜੂਰ ਨੇ ਉਚਾਰਨ ਕੀਤਾ ਕਿ ਹੇ ਪ੍ਰਾਣਾ ਧਾਰੀ ਜੀਵ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇਹ ਵਿਰਲੇ ਕੇ ਪਾਈਨ ਜਿਨ੍ਹਾਂ ਪਿਆਰੇ ਨੇਹ। ਕੋਈ ਵਿਰਲੇ ਹਨ ਜਿਨ੍ਹਾਂ ਨੇ ਇਸ ਅਮੋਲਕ ਆਰਬਲਾ ਜੀਵਨ ਨੂੰ ਪਾ ਕੇ ਤੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਆਪਣੇ ਹਿਰਦੇ ਵਿੱਚ ਲਗਾਇਆ ਹੈ। ਹਰ ਇੱਕ ਜੀਵ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨਹੀਂ ਲੱਗਾ। ਕੋਈ ਵਿਰਲੇ ਹਨ, ਵਿਰਲੇ ਕੇ ਪਾਈ ਹਨ ਜਿਨ੍ਹਾਂ ਪਿਆਰੇ ਨੇਹ। ਮਹਾਰਾਜ ਕਹਿੰਦੇ ਉਹ ਉਮਰ ਵੀ ਸੁਹਾਵੜੀ ਸੋਭਾ ਵਾਲੀ ਹੋ ਜਾਂਦੀ ਹੈ ਜਿਸ ਉਮਰ ਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗ ਜਾਂਦਾ ਹੈ। ਜਿਸ ਆਰਬਲਾ ਵਿੱਚ ਵਾਹਿਗੁਰੂ ਦੀ ਯਾਦ ਵਿੱਚ ਜੀਵ ਜੁੜ ਜਾਂਦਾ ਹੈ, ਹਿਰਦੇ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ, ਉਹ ਜਾਣੋ ਕਿ ਉਮਰ ਵੀ ਸੋਭਾ ਵਾਲੀ ਹੋ ਜਾਂਦੀ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਬਖਸ਼ਿਸ਼ ਕਰ ਰਹੇ ਹੈ। ਇਹ ਪ੍ਰਾਣਾ ਧਾਰੀ ਜੀਵ ਐਵੇਂ ਸੰਸਾਰ ਦੇ ਵਿਸ਼ੇ ਸੁੱਖਾਂ ਵਿੱਚ ਪਰਚਿਆ ਹੋਇਆ ਪ੍ਰਮਾਤਮਾ ਨੂੰ ਭੁਲਾਈ ਬੈਠਾ ਹੈ। ਪ੍ਰਮਾਤਮਾ ਨੂੰ ਚੇਤੇ ਕਰਿਆ ਕਰ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਕਰ। ਤੇਰੀ ਆਲਬਰਾ ਨਿਤਾ ਪ੍ਰਤੀ ਘਟਦੀ ਜਾ ਰਹੀ ਹੈ, ਘਟਦੀ ਜਾ ਰਹੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ ਦਾਤਾ ਸਤਿਗੁਰੂ ਜੀ ਦਾ ਅਸੀਂ ਵੈਰਾਗਮਈ ਉਪਦੇਸ਼ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਹਨ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਕੱਟ ਜਿਉ ਪਾਨੀ। ਇਹ ਜੀਵ ਜੇ ਪ੍ਰਮਾਤਮਾ ਨੂੰ ਚੇਤੇ ਕਰਨਾ ਹੈ ਤਾਂ ਕਰ ਲੈ। ਜਿਵੇਂ ਕਿਸੇ ਨੂੰ ਤਾੜਨਾ ਪਰਿਵਚਨ ਕਰੀਦੇ ਹੈ ਨਾ, ਤੇਰੇ ਕੋਲ ਹੁਣ ਸ਼ੁਭ ਸਮਾਂ ਹੈ, ਤੇਰੇ ਕੋਲ ਆਖਰੀ ਮੌਕਾ ਹੈ, ਜੇ ਇਹ ਕੰਮ ਕਰਨਾ ਹੈ ਤਾਂ ਕਰ ਲੈ, ਫਿਰ ਬਾਅਦ ਵਿੱਚ ਨਾ ਸਾਨੂੰ ਕਹੀਂ, ਫਿਰ ਤੇਰੇ ਪੱਲੇ ਕੇਵਲ ਪਛਤਾਤਾਪ ਪਛਤਾਵਾ ਹੀ ਰਹਿ ਜਾਣਾ ਹੈ। ਫਿਰ ਨਾ ਸਾਨੂੰ ਕੋਈ ਦੋਸ਼ ਦੇਵੀਂ, ਤੂੰ ਰੱਬ ਨੂੰ ਚੇਤੇ ਕਰਨਾ ਹੈ ਤਾਂ ਕਰ ਲੈ। ਮਹਾਰਾਜ ਕਹਿੰਦੇ ਚੇਤਨਾ ਹੈ ਤਾਂ ਚੇਤ ਲੈ, ਵਾਹਿਗੁਰੂ ਜੀ ਦਾ ਚਿੰਤਨ ਕਰਨਾ ਹੈ ਤਾਂ ਕਰ ਲੈ। ਨਿਸ ਦਿਨ ਮੈਂ ਪ੍ਰਾਨੀ, ਰਾਤ ਵੀ ਦਿਨੇ ਵੀ ਪ੍ਰਮਾਤਮਾ ਦਾ ਚਿੰਤਨ ਕਰਿਆ ਕਰ।
क्योंकि छिन छिन औध बिहात है, फूटे घाट जिउ पानी। फुटे हुए घड़े की तरह तेरे शरीर के विचों सवासा रूपी जल सिमदा जा रहा है, सिमदा जा रहा है, निकलता जा रहा है। परमात्मा नूं चेते करना ही है तो कर लै। सो महाराज हजूर बख्शिश कर रहे हैं, अन दिन मूसा लाज टुकाई। धन श्री गुरु अर्जन देव साहिब पातशाह हजूर कहते रात के दिने कहते हैं कि नेता प्रति जिहड़ी लाजे है ना, जीव की जिंदगी रूपी लाजे इनू चूहा कट्टी जा रहा है। समा रूपी चूहा इनू कट्टी जा रहा है, नेता प्रति जिंदगी यदि घटती जा रही है। गिरत कूप महै खाहे मिटा मिठाई। पर फिर भी ये जीव गृहस्थ रूपी अन्ने खूह दे विच डिग्गा होया शब्द स्पर्श रूप रस गंध विषे सुखा रूपी शहद नूं मिठास नूं खाई जांदा है, चखी जांदा है कि विषे सुखां दे विच बड़ी मिठास है, बड़े मिठे है, बहुत प्यारे लगते हैं इस संसार दे अंदर जिहड़े बेकार है। विषे सुखां नूं भोगण दे विच लगा रहिंदा है। सोचत साचत रैन बिहानी। हजूर ठेठ ऐन पंजाबी गूढ़ पंजाबी दे विच उचारण कर रहे हैं। सतगुरु जी कहते सोचत साचत रैन बिहानी। सोचदे साचदे ये जीव ने जिहड़ी अवस्था रूपी रैन जिंदगी है विहा दिती, बतीत कर दिती, अकारत ही लंघा दिती है। परमात्मा नूं नहीं कदे भी चेते कीता, अपने जीवन का भला करन वास्ते नहीं कदे भी सोचिया, सतसंगत करन दे लई भले पुरुषां दी संगत विच जुड़न दे वास्ते, मन नूं नाम दा रंग चाढ़न दे वास्ते कदे सोचिया तां ना। पर सोचत साचत संसार दे अंदर इहो कुछ ही सोचदा रहा कि साचत मैं जिंदगी विच बहुते धन दी किवें कमाई करनी है, बहुते पदार्थां दी किवें इकत्तरता बनावनी है। केवल इहो ही महाराज कहते जिंदगी पर सोचदियां होइयां साचत इकत्तरता करदियां होइयां अपनी जिंदगी की अवस्था की रैन लंघा दिती है। पता ही उदों लगा जदों जिंदगी सारी लंघ गई कि मैं क्यों नहीं परमात्मा का भजन किया, क्यों नहीं वाहिगुरू जी की याद विच जुड़िया। पर फिर तो वह शुभ समा लंघ गया हुंदा है, फिर किवें परमात्मा नूं चेते करना है। धन गुरु अर्जन देव साहिब पातशाह हजूर कहते है जीव सोचत साचत रैन बिहानी। तू सोचदिया होया ही अपनी जिहड़ी जिंदगी इसी तरह बतीत करी जा रहा है। एवें धर्म का काम कर लग्या बहुता सोचीदा नहीं, बहुतियां लंबियां विचारां विच नहीं पईदा। नह बिलंब धर्मं बिलंब पापं। महाराज कहते धर्म का काम कर लग्या कदे भी देर नहीं लगावनी चाहिए। पाप कर्म कर लग्या जरूर समय की टाल मटोल ना करिया कर, जरूर अवेसला हो करके समय नूं लंघाउण दा यतन कर। तेरे पाप कर्मां दा समा लंघ जावे, तू पाप कर्मां तो बुरे कर्म तो बच जावेगा, वो समा टल जावे। पर धर्म का काम कर लग्या नह बिलंब धर्मं, देरी नहीं लावनी चाहिए। गुरु वाला बन लग्या बहुता सोचना नहीं चाहिए। सतसंगत कर लग्या बहुता चितवना नहीं चाहिए कि बार बार सोचां विचारां विच पई जावे कि मैं सतसंगत करिया करा, मैनूं मिलना भी है कुछ कि नहीं मिलना। पर महाराज हजूर कहते है प्राणा तारी जीव सोचत साचत रैन बिहानी। एवें आकार ते अपनी तू जिंदगी बतीत करी जा रहा है। संसार के अंदर पदार्थों की इकत्तरता नूं संचित करने दे वास्ते सोचता रहिंदा है। अनेक रंग माया के चितवत। अनेका ही माया के रंगां नूं चितवदा रहिंदा है। रंग नाम आनंद दा है, संसार दे खुशियां दा है। ते एक नहीं अनेका ही माया के सुखां नूं रंगां नूं बार बार चितवदा रहिंदा है कि ये माया का सुख मैनूं किवें प्राप्त होवेगा, ये रंगा रंगां दी दुनिया नूं देखण दा सुख मैनूं किवें प्राप्त होवेगा। संसार दा लच्चरपना देखण दे वास्ते ये जिहड़ा सुख है महाराज कहंदे ऐसे विशे सुखां दे विच बार बार परचण दे वास्ते उन्हां नूं पाउण दे लई बार बार चितवदा रहिंदा है, याद करदा रहिंदा है। जिंदगी भर इसी तरह ही लगा रहिंदा अनेक रंग माया के चितवत। अनेका ही संसार दे माया दे सुखां नूं चितवदा याद करदा है। पर इस बेसमझ जीव ने कदे भी परमात्मा का सिमरन नहीं किया। जो धनकधारी परमात्मा है
ਫਿਰ ਮਹਾਰਾਜ ਕਹਿੰਦੇ ਹਨ ਜੋ ਸ੍ਰੇਸ਼ਟ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਸਤਿਗੁਰੂ ਜੀ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਉਣ ਵਾਲੇ ਪੂਰੇ ਸਤਿਗੁਰੂ ਜੀ ਹੈ, ਉਹਨਾਂ ਨੂੰ ਕਦੇ ਵੀ ਇਸ ਬੇਸਮਝ ਝੱਲੇ ਜੀਵ ਨੇ ਯਾਦ ਨਹੀਂ ਕੀਤਾ। ਪਰਮਾਤਮਾ ਦੀ ਯਾਦ ਵਿੱਚ ਤਾਂ ਜੁੜਦਾ ਨਹੀਂ, ਪਰਮੇਸ਼ਰ ਦਾ ਚਿੰਤਨ ਤਾਂ ਕਦੇ ਕਰਦਾ ਨਹੀਂ, ਪਰ ਸੰਸਾਰ ਦੇ ਹਰ ਸਮੇਂ ਚਿਤਵਨੀ ਵਿੱਚ ਲੱਗਾ ਰਹਿੰਦਾ ਹੈ। ਵਿਸ਼ੇ ਸੁੱਖਾਂ ਨੂੰ ਭੋਗਣ ਦੀ ਤਾਂ ਹਰ ਸਮੇਂ ਚਿਤਵਨੀ ਕਰਦਾ ਰਹਿੰਦਾ ਹੈ, ਮਾਇਆ ਦੇ ਸੁੱਖਾਂ ਨੂੰ ਪਾਉਣ ਦੇ ਵਾਸਤੇ ਤਾਂ ਹਰ ਸਮੇਂ ਮਨ ਦੇ ਅੰਦਰ ਚਿੰਤਨ ਕਰਦਾ ਰਹਿੰਦਾ ਹੈ। ਪਰ ਜਿਸ ਪਰਮਾਤਮਾ ਨੇ ਇਹ ਅਮੋਲਕ ਜੀਵਨ ਬਖਸ਼ਿਸ਼ ਕੀਤਾ, ਉਸ ਪਰਮੇਸ਼ਰ ਨੂੰ ਕਦੇ ਵੀ ਯਾਦ ਨਹੀਂ ਕਰਦਾ। ਪਰਮਾਤਮਾ ਦਾ ਕਦੇ ਵੀ ਇਹ ਬੇਸ਼ੁਕਰਾ ਜੀਵ ਸ਼ੁਕਰਾਨਾ ਨਹੀਂ ਕਰਦਾ, ਕਦੇ ਵੀ ਰੱਬ ਦਾ ਧੰਨਵਾਦ ਨਹੀਂ ਕਰਦਾ। ਕੇਵਲ ਸੰਸਾਰ ਦੇ ਅੰਦਰ ਹੀ ਹਰ ਸਮੇਂ ਖਚਿਤ ਹੋਇਆ ਆਪਣੀ ਜ਼ਿੰਦਗੀ ਬਤੀਤ ਕਰੀ ਜਾ ਰਿਹਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਅਨਕ ਰੰਗ ਮਾਇਆ ਕੇ ਚਿਤਵਤ ਕਬਹੁ ਨ ਸਿਮਰਹੁ ਸਾਰੰਗ ਪਾਨੀ। ਪਰਮਾਤਮਾ ਨੂੰ ਤਾਂ ਕਦੇ ਸਿਮਰਿਆ ਹੀ ਨਹੀਂ, ਪਰਮੇਸ਼ਰ ਨੂੰ ਤਾਂ ਕਦੇ ਵੀ ਯਾਦ ਨਹੀਂ ਕੀਤਾ, ਕੇਵਲ ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਹਰ ਸਮੇਂ ਯਾਦ ਕਰਦਾ ਰਹਿੰਦਾ, ਚਿਤਵਦਾ ਹੈ। ਵਿਸ਼ਰਾਮ ਦੇ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਧਰਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ। ਹਜੂਰ ਹੋਰ ਵੀ ਉਦਾਹਰਨਾਂ ਦੇ ਕਰਕੇ ਬਖਸ਼ਿਸ਼ ਕਰਦੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਜਿਵੇਂ ਰੁੱਖ ਦੀ ਛਾਂ ਦੇਖ ਕਰਕੇ ਕੋਈ ਟਿਕ ਜਾਵੇ। ਗਰਮੀ ਦੇ ਨਾਲ ਝੁਲਸਿਆ ਹੋਇਆ ਮਨੁੱਖ ਰੁੱਖ ਦੀ ਛਾਂ ਹੇਠ ਆ ਕੇ ਬੈਠ ਜਾਂਦਾ ਹੈ, ਬੜਾ ਸਕੂਨ ਮਿਲਦਾ ਹੈ। ਗਰਮੀ ਦੀ ਰੁੱਤ ਵਿੱਚ ਬੜਾ ਸਕੂਨ ਮਿਲਦਾ, ਸੁੱਖ ਮਿਲਦਾ ਹੈ। ਤੇ ਜੇ ਕੋਈ ਮਨੁੱਖ ਉਸ ਸੁੱਖ ਨੂੰ ਕਹੇ ਕਿ ਮੈਂ ਰੁੱਖ ਦੀ ਛਾਂ ਨੂੰ ਗੱਠ ਬੰਨ੍ਹ ਕੇ ਮੈਂ ਆਪਣੇ ਨਾਲ ਹੀ ਪੋਟਲੀ ਵਿੱਚ ਬੰਨ੍ਹ ਕੇ ਲੈ ਜਾਵਾਂ, ਉਹ ਤਾਂ ਮਨੁੱਖ ਦੀ ਬੇਸਮਝਤਾ ਹੈ ਨਾ, ਮਨੁੱਖ ਦੀ ਅਗਿਆਨਤਾ ਹੀ ਹੈ ਨਾ। ਰੁੱਖ ਦੀ ਛਾਂ ਦਾ ਸੁੱਖ ਜ਼ਰੂਰ ਮਾਣਿਆ ਜਾ ਸਕਦਾ ਹੈ, ਪਰ ਉਹਨੂੰ ਆਪਣੇ ਪੱਲੇ ਬੰਨ੍ਹ ਕੇ ਨਹੀਂ ਕਿਤੇ ਵੀ ਲੈ ਕੇ ਜਾਇਆ ਜਾ ਸਕਦਾ। ਮਹਾਰਾਜ ਅੰਤਰੀਵ ਭਾਵ ਵਿੱਚ ਸਮਝਾਉਂਦੇ ਹੈ, ਦਰੁੰਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ। ਇਹ ਜਾਣੋ ਕਿ ਸਰੀਰ ਰੂਪੀ ਰੁੱਖ ਹੈ, ਇਹਦੀ ਛਾਂ ਕੀ ਹੈ? ਮਾਇਆ ਦੇ ਸੁੱਖ। ਇਹਨਾਂ ਵਿੱਚ ਬੜਾ ਸੁੱਖ ਸਮਝਦਾ ਹੈ, ਪਰ ਪਰਮਾਤਮਾ ਨੇ ਇਹ ਜੀਵ ਨੂੰ ਜੀਵਨ ਦੀ ਸਫਲਤਾ ਵਾਸਤੇ ਜੋ ਕੋਈ ਸੁਖਾਲਾ ਜੀਵਨ ਨਿਰਵਾਹ ਹੋ ਜਾਵੇ, ਤਾਂ ਪਰਮਾਤਮਾ ਨੇ ਮਾਇਆ ਦੇ ਸੁੱਖ ਬਖਸ਼ਿਸ਼ ਕੀਤੇ ਹੈ। ਜ਼ਿੰਦਗੀ ਦਾ ਵੱਡਾ ਇਹ ਫਰਜ਼ ਪੂਰਾ ਕਰਨ ਦੇ ਵਾਸਤੇ ਕਿ ਪਰਮਾਤਮਾ ਦੇ ਨਾਲ ਮਿਲਣਾ ਹੈ, ਪਰਮਾਤਮਾ ਦੇ ਤਾਈਂ ਪਹੁੰਚਣਾ, ਪਰਮੇਸ਼ਰ ਦੀ ਅਭੇਦਤਾ ਨੂੰ ਪਾਉਣਾ, ਜੀਵਨ ਦਾ ਸਭ ਤੋਂ ਵੱਡਾ ਇਹ ਮਨੁੱਖ ਦਾ ਫਰਜ਼ ਹੈ। ਮੇਨ ਫਰਜ਼ ਤਾਂ ਇਹੋ ਹੀ ਹੈ ਨਾ, ਸੰਸਾਰ ਦੇ ਕੰਮਾਂ ਵਿਹਾਰਾਂ 'ਚੋਂ ਇਹ ਪਰਮਾਤਮਾ ਨੇ ਸ਼ੁਭ ਅਵਸਰ ਬਖਸ਼ਿਸ਼ ਕੀਤਾ ਹੈ ਪ੍ਰਾਣਾ ਤਾਰੇ ਜੀਵ ਨੂੰ। ਇਹ ਜੀਵ, ਇਹ ਮਾਨਸ ਦੇਹੀ ਵਿੱਚ ਆ ਕੇ ਤੂੰ ਮੇਰੇ ਵਿੱਚ ਅਭੇਦ ਹੋ ਸਕਦਾ ਹੈ, ਪਰ ਮਹਾਰਾਜ ਕਹਿੰਦੇ ਬੇਸਮਝ ਹੋਣੇ ਕਰਕੇ ਇਸ ਸੰਸਾਰ ਦੇ ਮਾਇਆ ਦੇ ਸੁੱਖਾਂ ਦੇ ਵਿੱਚ ਹੀ ਪਰਚਿਆ ਰਹਿੰਦਾ ਹੈ। ਸਰੀਰ ਰੂਪੀ ਸੁੱਖ ਮਾਇਆ ਦੇ ਸੁੱਖਾਂ ਵਿੱਚ ਪਰਚਿਆ ਰਹਿੰਦਾ ਹੈ। ਗ੍ਰਹਿ ਬਾਂਧਿਆ, ਇਹ ਗ੍ਰਸਥ ਪਰਿਵਾਰ ਦੇ ਬੰਧਨ ਦੇ ਵਿੱਚ ਬੱਝਾ ਹੋਇਆ ਇਹੋ ਸਮਝਦਾ ਹੈ ਕਿ ਸਦਾ ਵਾਸਤੇ ਸਰੀਰ ਮੈਂ ਰਹਿਣਾ, ਸੰਸਾਰ ਦੇ ਵਿੱਚ ਸਦਾ ਵਾਸਤੇ ਰਹਿ ਕੇ ਮਾਇਆ ਦੇ ਸੁੱਖਾਂ ਨੂੰ ਭੋਗਦੇ ਰਹਿਣਾ ਹੈ। ਪਰਮਾਤਮਾ ਨੂੰ ਕਦੇ ਵੀ ਚੇਤੇ ਨਹੀਂ ਕਰਦਾ। ਪਰ ਮਹਾਰਾਜ ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਬਿਰਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਕਿ ਰੁੱਖ ਦੀ ਛਾਂ ਦੇ ਨਾਲ ਕੋਈ ਪਿਆਰ ਪਾ ਲਵੇ ਤੇ ਉਹ ਬਹੁਤਾ ਸਮਾਂ ਟਿਕਦੀ ਨਹੀਂ ਹੈ। ਛਾਂ ਅਚਲ ਨਹੀਂ ਹੈ, ਟਿਕਦੀ ਨਹੀਂ ਹੈ। ਸੂਰਜ ਦੀ ਦਿਸ਼ਾ ਤਬਦੀਲ ਹੋਣੇ ਕਰਕੇ ਛਾਂ ਵੀ ਆਪਣੀ ਦਿਸ਼ਾ ਤਬਦੀਲ ਕਰ ਲੈਂਦੀ ਹੈ, ਤੇ ਫਿਰ ਮਨੁੱਖ ਬਪੜਾ ਫਿਰ ਪਛਤਾਪ ਕਰਦਾ, ਉਹ ਮਨਾ ਮੈਂ ਤਾਂ ਐਵੇਂ ਛਾਂ ਦੇ ਨਾਲ ਪਿਆਰ ਪਾ ਲਿਆ। ਮੈਨੂੰ ਤਾਂ ਇਹੋ ਪ੍ਰਤੀਤ ਹੋ ਰਿਹਾ ਸੀ ਕਿ ਮੈਂ ਇਹ ਛਾਂ ਨੂੰ ਆਪਣੇ ਨਾਲ ਹੀ ਲੈ ਜਾਵਾਂਗਾ, ਬੜਾ ਸਕੂਨ ਮਿਲਿਆ ਸੀ, ਗਰਮੀ ਦੇ ਨਾਲ ਮੈਂ ਝੁਲਸਿਆ ਹੋਇਆ ਸਾਂ। ਪਰ ਬਾਅਦ ਵਿੱਚ ਜੀਵ ਪਛਤਾਪ ਕਰਦਾ ਹੈ। ਸਤਿਗੁਰੂ ਜੀ ਉਚਾਰਨ ਕਰ ਰਹੇ, ਦਰੁੰਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ। ਇਸ ਸੰਸਾਰ ਦੇ ਮਾਇਆ ਦੇ ਸੁੱਖਾਂ ਦੇ ਵਿੱਚ ਇੰਨਾ ਜ਼ਿਆਦਾ ਪਰਚਿਆ, ਇਹੋ ਮਨ ਵਿੱਚ ਪ੍ਰਤੀਤ ਹੋਈ ਜਾ ਰਿਹਾ ਜੀਵ ਨੂੰ ਕਿ ਮੈਂ ਸਦਾ ਵਾਸਤੇ ਇਹਨਾਂ ਨੂੰ ਸੁੱਖਾਂ ਨੂੰ ਮਾਣਦੇ ਰਹਿਣਾ, ਹਰ ਸਮੇਂ ਵੱਧਦਾ ਰਹਿੰਦਾ ਹੈ। ਕਾਲ ਕੈ ਮਾਸ ਸਖਤ ਸਰ ਸਾਧਿਆ,
ਹਜੂਰ ਕਹਿੰਦੇ ਕਾਲ ਨੇ ਜਿਹੜਾ ਮੌਤ ਰੂਪੀ ਤੀਰ ਸੰਨ ਕਰਕੇ ਭਾਵ ਜੜ ਕਰਕੇ ਇਹ ਜੀਵ ਦਾ ਸਮਾਂ ਡੀਕਦਾ ਪਿਆ ਹੈ। ਕਾਲ, ਦੇਸ਼, ਵਸਤੂ ਇਹ ਤਿੰਨੇ ਸਮੇਂ ਪੂਰੇ ਹੋ ਜਾਣ ਤੇ ਫਿਰ ਜਿਹੜਾ ਮੌਤ ਦਾ ਤੀਰ ਇਸ ਨੂੰ ਮਾਰ ਕਰਕੇ ਵਿੰਨ ਦੇਵਾਂ, ਆਪਣੇ ਅਧੀਨ ਕਰ ਲਵਾਂ। ਇਸ ਪ੍ਰਕਾਰ ਬੜਾ ਸਖਤ ਬੜਾ ਭਿਆਨਕ ਮੌਤ ਦਾ ਤੀਰ ਹੈ। ਕਾਲ ਨੇ ਜਿਹੜਾ ਸਾਧ ਸੰਗਤ ਜੀ ਐਨ ਤਾੜ ਕਰਕੇ ਰੱਖਿਆ ਹੋਇਆ ਹੈ। ਮਹਾਰਾਜ ਕਹਿੰਦੇ ਹਨ ਕਿ ਜਿਵੇਂ ਧਨੁਖ ਦੇ ਚੱਲੇ ਵਿੱਚ ਤੀਰ ਜੋੜ ਕਰਕੇ ਰੱਖਿਆ ਹੋਵੇ ਤੇ ਇਉਂ ਸਾਹਮਣੇ ਨਿਸ਼ਾਨਾ ਦਾਗ ਦਿੱਤਾ ਜਾਂਦਾ ਹੈ, ਵਿੰਨ ਕਰਕੇ ਪਾਰ ਹੋ ਜਾਂਦਾ ਹੈ। ਇਉਂ ਕਾਲ ਨੇ ਬੜਾ ਭਿਆਨਕ ਜਿਹੜਾ ਮੌਤ ਦਾ ਤੀਰ ਹੈ ਨਾ, ਵਿੰਨ ਕਰਕੇ ਜੀਵ ਨੂੰ ਰੱਖ ਦਿੱਤਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ ਤਾੜ ਕਰਕੇ ਕਾਲ ਬੈਠਾ ਹੋਇਆ ਹੈ, ਇਹ ਜੀਵ ਨੂੰ ਸੇਧ ਕਰਕੇ ਭਾਵ ਨਿਸ਼ਾਨਾ ਸਾਧ ਕਰਕੇ ਦੇਖ ਰਿਹਾ ਹੈ। ਬਾਲੂ ਕਨਾਰਾ ਤਰੰਗ ਮੁਖ ਆਇਆ। ਸਤਿਗੁਰੂ ਜੀ ਹੋਰ ਵੀ ਬਖਸ਼ਿਸ਼ ਕਰ ਰਹੇ ਹੈ। ਮਹਾਰਾਜ ਉਪਦੇਸ਼ ਦੇਂਦੇ ਉਦਾਹਰਨਾਂ ਦੇ ਕਰਕੇ ਬਾਲੂ ਕਿਨਾਰਾ ਤਰੰਗ ਮੁਖ ਮਾਇਆ। ਮਹਾਰਾਜ ਕਹਿੰਦੇ ਹਨ ਕਿ ਇਹ ਪ੍ਰਾਣਾ ਧਾਰੀ ਜੀਵ, ਜੇ ਤੇਰਾ ਸਰੀਰ ਹੈ ਨਾ ਜਿਸ ਦਾ ਤੂੰ ਮਾਣ ਕਰਦਾ, ਇਹ ਬਾਲੂ ਰੇਤੇ ਦਾ ਬਣਿਆ ਹੋਇਆ ਹੈ। ਜਾਣ ਕੇ ਰੇਤੇ ਦਾ ਕਿਨਾਰਾ, ਪੰਜ ਤੱਤ ਰੂਪੀ ਰੇਤੇ ਦਾ ਕਿਨਾਰੇ ਬਣੇ ਹੋਏ ਹੈ। ਤੇ ਜਿਵੇਂ ਰੇਤੇ ਦੇ ਨਾਲ ਕਿਸੇ ਨੇ ਘਰ ਉਸਾਰਿਆ ਹੋਵੇ ਤੇ ਬਹੁਤਾ ਸਮਾਂ ਥੋੜ੍ਹਾ ਰਹਿੰਦਾ। ਉਹ ਜਦੋਂ ਸਾਧ ਸੰਗਤ ਜੀ ਪਾਣੀ ਤੇਜ਼ੀ ਦੇ ਨਾਲ ਛਲ ਆਉਂਦੀ ਹੈ ਨਾ, ਉਹ ਪਾਣੀ ਦਾ ਹੜ੍ਹ ਆਉਣੇ ਕਰਕੇ ਬਣਿਆ ਹੋਇਆ ਜਿਹੜਾ ਘਰ ਹੁੰਦਾ ਹੈ ਰੇਤੇ ਦਾ ਢੱਠ ਜਾਂਦਾ ਹੈ, ਬਹੁਤਾ ਸਮਾਂ ਨਹੀਂ ਟਿਕਦਾ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਕਿ ਇਹ ਜੀਵ ਇਹ ਸੰਸਾਰ ਰੂਪੀ ਸਮੁੰਦਰ ਦੇ ਕਿਨਾਰੇ ਤੇ ਤੇਰਾ ਸਰੀਰ ਰੂਪੀ ਬਰੇਤੇ ਦਾ ਘਰ ਬਣਿਆ ਹੋਇਆ ਹੈ, ਬਹੁਤਾ ਸਮਾਂ ਰਹਿਣ ਵਾਲਾ ਨਹੀਂ। ਕਾਲ ਰੂਪੀ ਹੜ੍ਹ ਆਉਣੇ ਕਰਕੇ ਉਸ ਸਮੇਂ ਢਹਿ ਢੇਰੀ ਹੋ ਜਾਣਾ, ਜਿਹਦਾ ਤੂੰ ਲੰਬੀਆਂ ਲੰਬੀਆਂ ਆਸਾਂ ਲਗਾ ਕਰਕੇ ਬੈਠਾ ਹੈ। ਸਤਿਗੁਰੂ ਜੀ ਉਚਾਰਨ ਕਰ ਰਹੇ ਬਾਲੂ ਕਿਨਾਰਾ ਤਰੰਗ ਮੁਖ ਆਇਆ। हे ਪ੍ਰਾਣਾ ਧਾਰੀ ਜੀਵ, ਕਾਲ ਦੇ ਮੁਖ ਦੇ ਵਿੱਚ ਆਇਆ ਹੋਇਆ ਤੂੰ ਆਪਣੇ ਆਪ ਨੂੰ ਜਾਣ, ਕਾਲ ਦੀ ਲਪੇਟ ਦੇ ਵਿੱਚ ਹੈ। ਕਿਉਂਕਿ ਜਲ ਕਹਾ ਥਲ ਕਹਾ ਗੌਨ ਕੇ ਗगन ਕਹਾ, ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਕਾਲ ਦੇ ਬਣਾਏ ਹੋਏ ਸਰਬ ਜੀਵ ਕਾਲ ਨੇ ਚੱਬ ਜਾਣੇ ਹੈ। ਮਹਾਰਾਜ ਕਹਿੰਦੇ ਬਚਾਓ ਉਹਨਾਂ ਦਾ ਹੁੰਦਾ ਜੋ ਪ੍ਰਮਾਤਮਾ ਦਾ ਚਿੰਤਨ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਸ਼ਬਦ ਵਸ ਜਾਂਦਾ ਹੈ। ਕਾਲ ਉਹਨਾਂ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ, ਉਹ ਕਾਲ ਤੋਂ ਰਹਿਤ ਹੋ ਜਾਂਦੇ, ਅਕਾਲ ਸਰੂਪ ਹੋ ਜਾਂਦੇ ਹਨ। ਸੋ ਥਾਨ ਮੂੜ ਨਿਹਚਲ ਕਰ ਪਾਇਆ। ਇਹ ਬੇਸਮਝ ਮੂੜ ਬੇਸਮਝ ਝੱਲੇ ਜੀਵ, ਬੇਸਮਝ ਜੀਵ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਸਰੂਪ ਰੂਪੀ ਥਾਂ ਜੋ ਨਿਹਚਲ ਹੈ, ਸਦਾ ਰਹਿਣ ਵਾਲਾ ਹੈ, ਅਚਲ ਹੈ, ਤੂੰ ਕਿਉਂ ਨਹੀਂ ਪ੍ਰਾਪਤ ਕਰਦਾ? ਅਥਵਾ ਸੋ ਥਾਨ ਮੂੜ ਨਿਹਚਲ ਕਰ ਪਾਇਆ। ਮਹਾਰਾਜ ਕਹਿੰਦੇ ਜਿਹੜਾ ਸਰੀਰ ਰੂਪੀ ਥਾਂ ਹੈ ਨਾ, ਇਹ ਜੀਵ ਨੇ ਸਦਾ ਰਹਿਣ ਵਾਲਾ ਇਹ ਜਾਣ ਕਰਕੇ ਪਾਇਆ, ਪ੍ਰਾਪਤ ਕੀਤਾ। ਇਹ ਪਾਇਆ ਪਾ ਤਾਂ ਲਿਆ, ਪਰ ਇਹਨੂੰ ਇਉਂ ਪ੍ਰਤੀਤ ਹੁੰਦਾ ਕਿ ਸਰੀਰ ਮੇਰਾ ਸਦਾ ਰਹਿਣਾ ਹੈ। ਸਰੀਰ ਕਰਕੇ ਸਦਾ ਹੀ ਮੈਂ ਸੰਸਾਰ ਦੇ ਅੰਦਰ ਕਾਇਮ ਰਹਿਣਾ ਹੈ। ਸਾਧ ਸੰਗ ਜਪਿਓ ਹਰਿ ਰਾਏ। ਸਾਧ ਸੰਗਤ ਵਿੱਚ ਮਿਲ ਕੇ ਜਿੰਨਾ ਵਡਭਾਗੇ ਪੁਰਖਾਂ ਨੇ ਰਾਏ ਪ੍ਰਕਾਸ਼ ਸਰੂਪ ਪ੍ਰਮਾਤਮਾ ਨੂੰ ਜਪਿਆ ਹੈ। ਰਾਜਾ ਸਰੂਪ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਮਾਲਕ ਪ੍ਰਮਾਤਮਾ ਨੂੰ ਜਾਣ ਕੇ ਪਰਮੇਸ਼ਰ ਦਾ ਜਾਪ ਕੀਤਾ ਹੈ। ਨਾਨਕ ਜੀਵੈ ਹਰਿ ਗੁਣ ਗਾਏ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਹੋਏ ਬਖਸ਼ਿਸ਼ ਕਰ ਰਹੇ ਹੈ। हे ਪ੍ਰਾਣਾ ਧਾਰੇ ਜੀਵ, ਉਹ ਜੀਵ ਸਦਾ ਵਾਸਤੇ ਜੀਵਤ ਭਾਵ ਵਿੱਚ ਹੈ, ਜੋ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਜਾਪ ਕਰਦਾ ਹੈ, ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦਾ ਹੈ। ਉਹ ਜਾਣੋ ਕਿ ਫਿਰ ਮੌਰ ਦੇ ਮੂੰਹ ਵਿੱਚ ਪੈਣੇ ਤੋਂ ਵੱਧ ਜਾਂਦਾ ਹੈ, ਕਾਲ ਦੀ ਲਪੇਟ ਵਿੱਚ ਪੈਣੇ ਤੋਂ ਵੱਧ ਜਾਂਦਾ ਹੈ। ਸਰੀਰ ਦਾ ਭਾਵੇਂ ਨਾਸ਼ਵਾਨ ਹੈ, ਪਰ ਉਹ ਗੁਰਮੁਖ ਪਿਆਰਾ ਵਡਭਾਗਾ ਪੁਰਖ ਪ੍ਰਮਾਤਮਾ ਦੇ ਵਿੱਚ ਅਪੇਦ ਹੋ ਜਾਂਦਾ ਹੈ। ਕਾਲ ਤੋਂ ਰਹਿਤ ਹੋ ਕਰਕੇ ਅਕਾਲ ਸਰੂਪ ਹੋ ਜਾਂਦਾ ਹੈ। ਜੋ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਜਾਪ ਕਰਦਾ ਹੈ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ। ਆਸਾ ਮਹੱਲਾ ਪੰਜਵਾ। ਦੋ ਤੁਕੇ ਨੌ ਉਨਕਾ ਸੰਗ ਤੂੰ ਕਰਤੀ ਕੇਲਾ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਵਿੱਚ ਹਜੂਰ ਦੋ ਦੋ ਤੁਕਾਂ ਵਾਲੇ ਸ਼ਬਦ ਉਚਾਰਨ ਕਰਦੇ ਹਨ।
ਤੇ ਸਤ ਸੰਗਤ ਜੀ 9 ਸ਼ਬਦ ਇਹ ਆਉਣਗੇ। ਮਹਾਰਾਜ ਸਤਿਗੁਰੂ ਜੀ ਸਿੱਖਾਂ ਦੇ ਸਹਿਤ ਜੰਗਲ ਦੇ ਵਿੱਚੋਂ ਲੰਘ ਰਹੇ ਸਨ। ਇਹ ਸ਼ਬਦ ਦੀ ਜੋ ਪਾਵਨ ਉਥਾਨਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੰਗਲ ਦੇ ਵਿੱਚੋਂ ਜਾ ਰਹੇ ਸਨ ਤੇ ਕਿਸੇ ਦਾ ਮ੍ਰਿਤਕ ਸਰੀਰ ਪਿਆ ਹੋਇਆ ਦੇਖਿਆ। ਹਜੂਰ ਨੇ ਉਹ ਸਰੀਰ ਨੂੰ ਦੇਖ ਕਰਕੇ ਐਸਾ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਪਰਮੇਸ਼ਰ ਦੀ ਯਾਦ ਦਿਲਾਉਂਦਿਆਂ ਹੋਇਆਂ ਉਚਾਰਨ ਕਰਦੇ ਹਨ। ਉਨਕਾ ਸੰਗ ਤੂੰ ਕਰਤੀ ਕੇਲਾ। ਹੇ ਦੇਹੀ, ਹੇ ਕਾਇਆ, ਤੂੰ ਜੀਵ ਆਤਮਾ ਦੇ ਨਾਲ ਜਦੋਂ ਵਸਦੀ ਸੀ ਨਾ, ਭਾਵ ਕਿ ਜਦੋਂ ਇਹ ਸਰੀਰ ਜਿਉਂਦਾ ਸੀ। ਜਿਉਂਦਾ ਉਹਨਾਂ ਸਮੇਂ ਹੈ ਜਿੰਨਾ ਚਿਰ ਇਹਦੇ ਅੰਦਰ ਆਤਮਾ ਹੈ, ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਦੀ ਸ਼ਕਤੀ ਵਰਤ ਰਹੀ ਹੈ। ਨਹੀਂ ਤਾਂ ਮਿੱਟੀ ਤੋਂ ਬਣਿਆ ਆਖਰਕਾਰ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ। ਹਜੂਰ ਬਖਸ਼ਿਸ਼ ਕਰਦੇ ਹਨ, ਉਨ ਕੈ ਸੰਗ ਤੂੰ ਕਰਤੀ ਕੇਲ। ਕੇਲ ਨਾਮ ਖੇਡਾਂ ਦਾ ਹੈ, ਕੇਲ ਨਾਮ ਖੁਸ਼ੀਆਂ ਦਾ ਹੈ, ਖੇੜੇ ਦਾ ਹੈ। ਹੇ ਦੇਹੀ ਇਹ ਕਾਇਆ, ਜਦੋਂ ਤੂੰ ਜੀਵ ਆਤਮਾ ਦੇ ਨਾਲ ਵਸਦੀ ਸੀ ਨਾ, ਉਦੋਂ ਤਾਂ ਤੂੰ ਬੜੀਆਂ ਕੇਲਾਂ ਕਰਦੀ ਸੀ, ਭਾਵ ਬੜੀਆਂ ਖੁਸ਼ੀਆਂ ਦੇ ਨਾਲ ਖੁਸ਼ੀਆਂ ਦੇ ਗੀਤ ਗਾਉਂਦੀ ਸੀ, ਨਾਚ ਤਮਾਸ਼ਾ ਕਰਦੀ ਸੀ। ਜਦੋਂ ਜੀਵ ਆਤਮਾ ਦੇ ਨਾਲ ਵਸਦੀ ਸੀ ਉਸ ਸਮੇਂ ਤਾਂ ਬੜੇ ਸੰਸਾਰ ਦੀਆਂ ਕੇਲਾਂ ਵਿੱਚ ਵਰਜੀ ਰਹਿੰਦੀ ਸੀ। ਉਨਕਾ ਸੰਗ ਹਮ ਤੁਮ ਸੰਗ ਮੇਲਾ। ਇਹ ਕਾਇਆ, ਜਦੋਂ ਉਹ ਜੀਵ ਆਤਮਾ ਦੇ ਨਾਲ ਤੇਰਾ ਸੰਗ ਸੀ ਨਾ, ਮਿਲਾਪ ਸੀ, ਉਦੋਂ ਹਮ ਤੁਮ ਸੰਗ ਮੇਲ, ਹਮ ਤੇ ਤੁਮ ਭਾਵ ਕਿੰਨੇ ਸੰਸਾਰ ਦੇ ਜੀਵਾਂ ਦੇ ਨਾਲ ਤੇਰਾ ਮੇਲ ਬਣਿਆ ਰਹਿੰਦਾ ਸੀ। ਕਦੇ ਕਿਸੇ ਕੋਲ ਜਾ ਕਰਕੇ ਮਿਲਦੀ, ਕਦੇ ਕਿਸੇ ਸਕੇ ਸੰਬੰਧੀਆਂ ਦੇ ਤਾਈ ਜਾ ਕਰਕੇ ਮਿਲਦੀ, ਗਲੇ ਲੱਗ ਲੱਗ ਕਰਕੇ ਮਿਲਦੀ ਸੀ। ਪਰ ਸਾਧ ਸੰਗਤ ਜੀ, ਜਦੋਂ ਇਹ ਜੀਵ ਆਤਮਾ ਸਰੀਰ ਦੇ ਵਿੱਚੋਂ ਚਲੀ ਜਾਂਦੀ ਹੈ, ਉਦੋਂ ਸਰੀਰ ਨੂੰ ਥੋੜਾ ਕੁ ਗਲੇ ਲਗਾ ਕਰਕੇ ਮਿਲਦਾ। ਉਦੋਂ ਤਾਂ ਸਾਰੇ ਪ੍ਰੇਤ ਕਹਿ ਕਰਕੇ ਲਾਂਭੇ ਹੋ ਜਾਂਦੇ ਕਿ ਸਰੀਰ ਹੁਣ ਅਪਵਿੱਤਰ ਹੋ ਗਿਆ, ਡੱਕੇ ਤੋੜ ਕਰਕੇ ਲਾਂਭੇ ਚਲੇ ਜਾਂਦੇ ਹੈ। ਸਰੀਰ ਦੇ ਨੇੜੇ ਵੀ ਕੋਈ ਆਉਣ ਤੋਂ ਸਾਧ ਸੰਗਤ ਜੀ ਬਾਰ-ਬਾਰ ਮਨ ਦੇ ਅੰਦਰ ਝਿਜਕਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਇੱਦਾਂ ਦੀ ਹਾਲਤ ਬਣ ਜਾਂਦੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਆਖ ਰਹੇ ਨੇ, ਉਨ ਕੈ ਸੰਗ ਹਮ ਤੁਮ ਸੰਗ ਮੇਲ। ਹੇ ਕਾਇਆ, ਐ ਦੇਹੀ, ਜਦੋਂ ਜੀਵ ਆਤਮਾ ਦੇ ਨਾਲ ਤੂੰ ਰਹਿੰਦੀ ਸੀ, ਉਦੋਂ ਤਾਂ ਕਿੰਨਿਆਂ ਦੇ ਨਾਲ ਤੇਰਾ ਮਿਲਾਪ ਸੀ। ਕਦੇ ਕਿਸੇ ਨਾਲ ਮਿਲਦੀ ਸਾਂ, ਕਦੇ ਕਿਸੇ ਦੇ ਗਲ ਲੱਗ ਕੇ ਮਿਲਦੀ ਸਾਂ। ਉਨਕਾ ਸੰਗ ਤੁਮ ਸਭ ਕੋ ਲੋਰੈ। ਇਹ ਕਾਇਆ, ਜਦੋਂ ਜੀਵ ਆਤਮਾ ਦੇ ਨਾਲ ਤੂੰ ਸੰਗ ਵਸਦੀ ਸਾਂ, ਉਦੋਂ ਤਾਂ ਹਰ ਕੋਈ ਤੈਨੂੰ ਲੋੜਦਾ ਸੀ, ਹਰ ਕੋਈ ਤੇਰੀ ਚਾਹਤ ਕਰਦਾ ਸੀ, ਹਰ ਕੋਈ ਤੈਨੂੰ ਚਾਹੁੰਦਾ ਸੀ ਕਿ ਮੇਰੇ ਕੋਲ ਆ ਕਰਕੇ ਬੈਠੇ, ਮੈਨੂੰ ਆ ਕਰਕੇ ਮਿਲੇ। ਪਰ ਮਹਾਰਾਜ ਕਹਿੰਦੇ ਜਦੋਂ ਸਰੀਰ ਮ੍ਰਿਤਕ ਹੋ ਜਾਂਦਾ ਨਾ, ਫਿਰ ਕੋਈ ਨਹੀਂ ਕਹਿੰਦਾ ਕਿ ਮੇਰੇ ਕੋਲ ਆ ਕੇ ਬੈਠੇ। ਫਿਰ ਤਾਂ ਹਰ ਇੱਕ ਨੂੰ ਇਹੋ ਕਾਹਲ ਹੁੰਦੀ ਹੈ ਕਿ ਕਾਲੀ ਦੇ ਨਾਲ ਜਿੰਨਾ ਵੀ ਛੇਤੀ ਹੋ ਸਕੇ ਸ਼ਮਸ਼ਾਨ ਭੂਮੀ ਵਿੱਚ ਲਿਜਾ ਕੇ ਇਹਦਾ ਸਰੀਰ ਦਾ ਦਾਹ ਸੰਸਕਾਰ ਕਰ ਦਿੱਤਾ ਜਾਵੇ। ਜੇ ਗਰਮੀ ਦੀ ਰੁੱਤ ਹੋਵੇ ਤੇ ਸਾਧ ਸੰਗਤ ਜੀ, ਥੋੜੇ ਜੀ ਸੂਰਜ ਚੜ੍ਹਦਾ ਹੈ ਤੇ ਉਸੇ ਸਮੇਂ ਹੀ ਲੋਕ ਆਖਣ ਲੱਗ ਪੈਂਦੇ ਆ, ਸਕੇ ਸੰਬੰਧੀ ਕਹਿਣ ਲੱਗ ਪੈਂਦੇ ਹਨ, ਧੁੱਪ ਚੜ੍ਹ ਗਈ ਤੇ ਸਾਡੇ ਤੋਂ ਖਲੋਤਾ ਵੀ ਨਹੀਂ ਜਾਣਾ, ਬਹੁਤਾ ਸਮਾਂ ਬੈਠਿਆ ਵੀ ਨਹੀਂ ਜਾਵੇਗਾ, ਧੁੱਪੇ ਨਾ ਖਲੋਤਾ ਜਾਣਾ। ਇਸ ਕਰਕੇ ਛੇਤੀ ਦੇ ਨਾਲ ਸ਼ਮਸ਼ਾਨ ਭੂਮੀ ਵਿੱਚ ਲਿਜਾ ਕੇ ਸੰਸਕਾਰ ਕਰ ਦਿੱਤਾ ਜਾਵੇ। ਮਹਾਰਾਜ ਕਹਿੰਦੇ ਉਹਨਾਂ ਸਮਾਂ ਹੀ ਇਹ ਕਾਇਆ ਤੇਰਾ ਸਤਿਕਾਰ ਹੁੰਦਾ, ਤੈਨੂੰ ਲੋੜਦਾ ਹਰ ਕੋਈ, ਜਿੰਨਾ ਸਮਾਂ ਤੂੰ ਜੀਵ ਆਤਮਾ ਦੇ ਨਾਲ ਵਸਦੀ ਹੈ। ਉਸ ਬਿਨਾ ਕੋ ਮੁਖ ਨਹੀਂ ਜੋੜੈ। ਉਸ ਜੀਵ ਆਤਮਾ ਤੋਂ ਬਿਨਾ ਕੋਈ ਮੁਖ ਤੇਰੇ ਨਾਲ ਜੋੜਦਾ ਨਹੀਂ, ਤੈਨੂੰ ਕੋਈ ਮੋਹ ਨਹੀਂ ਲਾਉਂਦਾ। ਮੁਰਦੇ ਦੇ ਨਾਲ ਕੌਣ ਮੂੰਹ ਜੋੜਦਾ ਹੈ, ਕੌਣ ਉਹਦੇ ਨਾਲ ਪਿਆਰ ਕਰਦਾ ਹੈ? ਕੋਈ ਨਹੀਂ ਕਰਦਾ। ਸਾਧ ਸੰਗਤ ਜੀ, ਉਹਨਾਂ ਸਮਾਂ ਹੀ ਹਰ ਕੋਈ ਮੁਖ ਜੋੜਦਾ, ਹਰ ਕੋਈ ਨੇੜੇ ਢੋਕ ਕਰਕੇ ਬੈਠਦਾ, ਗੱਲਾਂ ਬਾਤਾਂ ਕਰਦਾ, ਵਿਚਾਰਾਂ ਚਰਚਾ ਕਰਦਾ, ਜਦੋਂ ਤੱਕ ਸਰੀਰ ਦੇ ਅੰਦਰ ਜੀਵ ਆਤਮਾ ਵਸਦੀ ਹੈ, ਜਦੋਂ ਤੱਕ ਸਰੀਰ ਜਿਉਂਦਾ ਹੈ। ਜੀਵ ਆਤਮਾ ਨਿਕਲਣੇ ਕਰਕੇ ਮਹਾਰਾਜ ਕਹਿੰਦੇ ਕੋਈ ਵੀ ਤੈਨੂੰ ਮੂੰਹ ਲਾਉਣ ਵਾਲਾ ਵੀ ਨਹੀਂ ਹੈ। ਤੇ ਬੈਰਾਗੀ ਕਹਾ ਸਮਾਏ। ਹੇ ਕਾਇਆ, ਐ ਦੇਹੀ, ਉਹ ਬੈਰਾਗੀ ਵੈਰਾਗਵਾਨ ਹੋ ਕੇ, ਭਾਵ ਜੀਵ ਆਤਮਾ ਤੇਰੇ ਤੋਂ ਵੈਰਾਗੀ ਬਣ ਕੇ, ਤੇਰੇ ਤੋਂ ਪਰੇ ਹੋ ਕਰਕੇ, ਉਪਰਾਮ ਹੋ ਕੇ ਕਿੱਥੇ ਸਮਾ ਗਈ ਹੈ, ਕਿੱਥੇ ਚਲੀ ਗਈ ਹੈ, ਕਿਸੇ ਨੂੰ ਕੋਈ ਪਤਾ ਨਹੀਂ ਹੈ।
ਕਿ ਸਰੀਰ ਦੇ ਵਿੱਚੋਂ ਜੀਵ ਆਤਮਾ ਨਿਕਲ ਕਰਕੇ ਆਤਮਾ ਚਲੀ ਜਾਂਦੀ, ਕਿੱਧਰ ਜਾਂਦੀ ਹੈ। ਮਹਾਰਾਜ ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂ। ਹੇ ਕਾਇਆ, ਤੇਰੇ ਤੋਂ ਉਪਰਾਮ ਹੋ ਕੇ ਜੀਵ ਆਤਮਾ ਨੇ ਕਿੱਥੇ ਚਲੀ ਜਾਣਾ ਕੀਤਾ ਹੈ। ਤਿਸ ਬਿਨ ਤੁਹੀ ਦੁਹੇਰੀ ਰੀ। ਕਿਉਂਕਿ ਉਸ ਜੀਵ ਆਤਮਾ ਤੋਂ ਬਿਨਾਂ ਤੂੰ ਦੁਹੇਰੀ ਦੁਖੀ ਹੋ ਰਹੀ ਹੈ। ਰੀ ਐ ਸਖੀ, ਜਿਵੇਂ ਕਿਸੇ ਨੂੰ ਵਚਨ ਕਰੀਦਾ ਨਾ, ਸਮਝਾਈਦਾ ਬੜੇ ਪਿਆਰ ਦੇ ਨਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਰੀ, ਹੇ ਕਾਇਆ, ਤੂੰ ਉਸ ਜੀਵ ਆਤਮਾ ਤੋਂ ਬਿਨਾਂ ਕਿੰਨੀ ਦੁਖੀ ਹੋ ਰਹੀ ਹੈ, ਮਿੱਟੀ ਵਿੱਚ ਰੁੱਲ ਰਹੀ ਹੈ। ਤੇਰੀ ਕੋਈ ਖਬਰ ਸਾਰ ਵੀ ਨਹੀਂ ਲੈਂਦਾ ਪਿਆ। ਜਿਹੜੇ ਤੇਰੇ ਸਕੇ ਸੰਬੰਧੀ ਕਹਿੰਦੇ ਸਨ ਕਿ ਸਾਡੇ ਕੋਲ ਢੋਕ ਕਰਕੇ ਬੈਠ, ਸਾਡੇ ਨੇੜੇ ਆ ਕੇ ਬੈਠ, ਗੱਲਾਂ ਬਾਤਾਂ ਕਰ, ਦੇਖ ਹੁਣ ਕੋਈ ਵੀ ਤੇਰੇ ਪਾਸ ਨਹੀਂ ਆਉਣ ਵਾਲਾ, ਕੋਈ ਵੀ ਤੇਰੇ ਨੇੜੇ ਬੈਠਣ ਵਾਲਾ ਨਹੀਂ। ਦੁਹੇਰੀ ਰੀ, ਤੂੰ ਦੁਖੀ ਹੋ ਰਹੀ ਹੈ। ਰਹਾਉ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਉਨਕਾ ਸੰਗ ਤੂੰ ਗ੍ਰਹਿ ਮਹਿ ਮਾਰਾ। ਹੇ ਕਾਇਆ, ਜਦੋਂ ਤੱਕ ਤੂੰ ਜੀਵ ਆਤਮਾ ਦੇ ਨਾਲ ਰਹਿੰਦੀ ਸਾਂ, ਸੰਗ ਦੇ ਸੰਗਤ ਦੇ ਵਿੱਚ ਰਹਿੰਦੀ ਸੀ, ਗ੍ਰਹਿ ਮਹਿ ਮਾਹਰ, ਤੂੰ ਘਰ ਦੇ ਵਿੱਚ ਵੀ ਬੜੀ ਪ੍ਰਸਿੱਧ ਸੀ, ਮਾਹਰ ਸੀ। ਘਰ ਦੇ ਵਿੱਚ ਵੀ ਹਰ ਕੋਈ ਤੈਨੂੰ ਉੱਚਾ ਜਾਣਦਾ ਸੀ, ਵੱਡਾ ਮੰਨਦਾ ਸੀ। ਘਰ ਦੇ ਵਿੱਚ ਵੀ ਹਰ ਕੋਈ ਤੈਨੂੰ ਹਰ ਪੱਖੋਂ ਗੁਣਾਂ ਦੇ ਵਿੱਚ ਮਾਹਰ ਮੰਨਦਾ ਸੀ। ਉਨਕਾ ਸੰਗ ਤੂੰ ਹੋਈ ਹੈ ਜਾਹਰ। ਜੇ ਸੰਸਾਰ ਦੇ ਅੰਦਰ ਤੇਰੀ ਪ੍ਰਸਿੱਧੀ ਹੋਈ ਹੈ ਨਾ, ਪ੍ਰਗਟ ਹੋਵਣਾ ਕੀਤਾ ਹੈ, ਉਹ ਵੀ ਜੀਵ ਆਤਮਾ ਦੇ ਕਰਕੇ ਹੈ ਸਾਧ ਸੰਗਤ ਜੀ। ਨਹੀਂ ਤਾਂ ਉਵੇਂ ਮੁਰਦੇ ਨੂੰ ਕੌਣ ਸੰਸਾਰ ਅੰਦਰ ਪ੍ਰਗਟ ਕਰਦਾ ਹੈ। ਮ੍ਰਿਤਕ ਦੇਹੀ ਦਾ ਕੌਣ ਸਤਿਕਾਰ ਕਰਦਾ ਹੈ, ਕੌਣ ਮਾਣ ਕਰਦਾ ਹੈ, ਕੌਣ ਵਡਿਆਈ ਦਿੰਦਾ ਹੈ। ਉਹਨਾਂ ਸਮਾਂ ਹੀ ਵਡਿਆਈ ਮਿਲਦੀ, ਸਤਿਕਾਰ ਮਿਲਦਾ, ਉਹਨਾਂ ਸਮਾਂ ਹੀ ਮਾਣ ਸਤਿਕਾਰ ਹੁੰਦਾ ਹੈ, ਜਿੰਨਾ ਸਮਾਂ ਇਹ ਸਰੀਰ ਦੇ ਅੰਦਰ, ਕਾਇਆਂ ਦੇ ਅੰਦਰ ਮਹਾਰਾਜ ਕਹਿੰਦੇ ਜੀਵ ਆਤਮਾ ਵਰਤਦੀ ਹੈ। ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਉਨ ਕੈ ਸੰਗ ਤੂੰ ਹੋਈ ਹੈ ਜ਼ਾਹਰ। ਇਹ ਜਾਣ ਪਰਮਾਤਮਾ ਦੀ ਬਖਸ਼ੀ ਹੋਈ ਦਾਤ, ਜੀਵ ਆਤਮਾ ਪਰਮੇਸ਼ਰ ਦੀ ਸ਼ਕਤੀ, ਵਾਹਿਗੁਰੂ ਦੇ ਅੰਸ਼ ਕਰਕੇ ਤੂੰ ਸੰਸਾਰ ਦੇ ਅੰਦਰ ਪ੍ਰਗਟ ਹੋਵਣਾ ਕੀਤਾ ਹੈ। ਇਹ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਇਸ ਕਰਕੇ ਹਜੂਰ ਕਹਿੰਦੇ ਜਿਹੜੀ ਸੰਸਾਰ ਦੇ ਅੰਦਰ ਪ੍ਰਸਿੱਧੀ ਹੋਈ ਹੈ ਨਾ, ਜ਼ਾਹਰ ਪ੍ਰਗਟ ਹੋਈ ਹੈ, ਇਹ ਕਾਇਆ ਤੂੰ ਜੀਵ ਆਤਮਾ ਕਰਕੇ ਹੀ ਹੋਵਣਾ ਕੀਤਾ ਸੀ। ਉਨਕਾ ਸੰਗ ਤੂੰ ਰਖੀ ਪਪੋਲਾ। ਜਦੋਂ ਤੱਕ ਜੀਵ ਆਤਮਾ ਦੇ ਨਾਲ ਰਹੀ ਹੈ, ਉਦੋਂ ਤੱਕ ਤੈਨੂੰ ਬੜਾ ਪਪੋਲ, ਪਾਲ ਪੋਲ ਕਸ ਕੇ ਕਰਕੇ ਰੱਖਣਾ ਕੀਤਾ। ਹੇ ਕਾਇਆ, ਐ ਦੇਹੀ, ਹੇ ਸਰੀਰ, ਉਦੋਂ ਤੱਕ ਤੈਨੂੰ ਪਾਲ ਪੋਸ ਕੇ ਰੱਖਿਆ ਜਦੋਂ ਤੱਕ ਜੀਵ ਆਤਮਾ ਦੇ ਨਾਲ ਤੂੰ ਵਸਦੀ ਸੀ। ਮੁਰਦੇ ਨੂੰ ਕੌਣ ਪਾਲਦਾ ਹੈ, ਮੁਰਦੇ ਨੂੰ ਕੌਣ ਭੋਜਨ ਛਕਾਉਂਦਾ ਹੈ, ਮੁਰਦੇ ਨੂੰ ਕੌਣ ਚੰਗੀਆਂ ਚੰਗੀਆਂ ਖੁਰਾਕਾਂ ਖਵਾਲਦਾ ਹੈ, ਕੌਣ ਸਾਧ ਸੰਗਤ ਜੀ ਦੀ ਪਰਵਰਿਸ਼ ਕਰਦਾ ਹੈ, ਕੋਈ ਨਹੀਂ ਕਰਦਾ। ਜਿੰਨਾ ਸਮਾਂ ਇਹ ਦੇਹੀ ਜਿਉਂਦੀ ਹੈ, ਜੀਵਤ ਭਾਅ ਦੇ ਵਿੱਚ ਹੈ, ਜੀਵ ਆਤਮਾ ਇਹਦੇ ਅੰਦਰ ਹੈ, ਉਹਨਾਂ ਸਮਾਂ ਇਹ ਦੇਹੀ ਦੀ, ਕਾਇਆ ਦੀ ਸੇਵਾ ਹੁੰਦੀ ਹੈ, ਇਹਦੀ ਪਰਵਰਿਸ਼ ਕੀਤੀ ਜਾਂਦੀ ਹੈ, ਪਾਲਿਆ ਪੋਸਿਆ ਜਾਂਦਾ ਹੈ, ਚੰਗੀਆਂ ਚੰਗੀਆਂ ਖੁਰਾਕਾਂ ਖਵਾਲੀਆਂ ਜਾਂਦੀਆਂ ਨੇ ਇਹਨੂੰ ਬਲਵਾਨ ਬਣਾਉਣ ਦੇ ਵਾਸਤੇ। ਪਰ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਉਨ ਕੈ ਸੰਗ ਤੂੰ ਰੱਖੀ ਪਪੋਲ। ਜਦੋਂ ਜੀਵ ਆਤਮਾ ਦੇ ਵਿੱਚੋਂ ਨਿਕਲ ਗਈ, ਫਿਰ ਕਿਸੇ ਨੇ ਇਹਦੀ ਪਰਵਰਿਸ਼, ਕੋਈ ਪਾਲਣਾ ਪੋਸ਼ਣਾ ਨਹੀਂ ਕੀਤੀ। ਹੇ ਕਾਇਆ, ਉਹਨਾਂ ਸਮਾਂ ਹੀ ਤੇਰੀ ਪਾਲਣਾ ਹੁੰਦੀ ਰਹੀ ਹੈ ਜਿੰਨਾ ਸਮਾਂ ਤੂੰ ਜੋ ਜੀਵ ਆਤਮਾ ਦੇ ਨਾਲ ਵਸਦੀ ਰਹੀ ਸੀ। ਉਸ ਬਿਨਾ ਤੂੰ ਛੁਟਕੀ ਰੋਲਾ। ਉਸ ਜੀਵ ਆਤਮਾ ਤੋਂ ਬਿਨਾਂ ਛੁੱਟ ਕਰਕੇ ਤੂੰ ਖੇਤ ਦੇ ਵਿੱਚ, ਧਰਤੀ ਵਿੱਚ ਰੁਲਦੀ ਪਈ ਹੈ, ਕੋਈ ਤੈਨੂੰ ਪੁੱਛਦਾ ਨਹੀਂ ਪਿਆ। ਕਿਉਂਕਿ ਕਈ ਵਾਰ ਸਾਧ ਸੰਗਤ ਜੀ ਗੁਰਬਾਣੀ ਦੇ ਅੰਦਰ ਵੀ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ। ਹਜੂਰ ਕਹਿੰਦੇ ਜੇ ਸਰੀਰ ਦਾ ਜੀਵ ਮਾਣ ਕਰਦਾ ਹੈ ਨਾ, ਜਾਂ ਤਾਂ ਇਹਨੂੰ ਕੀੜੇ ਖਾ ਜਾਂਦੇ ਧਰਤੀ ਵਿੱਚ ਦਫਨਾਇਆ, ਜਾਂ ਫਿਰ ਸਾਧ ਸੰਗਤ ਜੀ ਮਿੱਟੀ ਬਣ ਜਾਂਦਾ ਹੈ, ਜਾਂ ਫਿਰ ਕਈ ਸਮੁੰਦਰਾਂ ਵਿੱਚ ਜੋ ਵਗਦੇ ਹੋ ਪਾਣੀ ਦੇ ਵਿੱਚ ਹੀ ਕਈ ਵਾਰ ਮ੍ਰਿਤਕ ਸਰੀਰ ਨੂੰ ਸਾਧ ਸੰਗਤ ਜੀ ਰੋੜ ਦਿੰਦੇ ਆ, ਕਈ ਜੰਗਲਾਂ ਵਿੱਚ ਸੁੱਟ ਦਿੰਦੇ ਹਨ। ਜਿੱਦਾਂ ਦੇ ਕਿਸੇ ਦੀ ਧਰਮ ਦੀ, ਜਿਨ੍ਹਾਂ ਦੀ ਵੱਖੋ ਵੱਖਰੀ ਮਰਜ਼ਾਦਾ ਹੈ ਕਿ ਜਿਹੜਾ ਸਰੀਰ ਹੈ ਕਿਸੇ ਦਾ ਆਹਾਰ ਬਣ ਜਾਵੇਗਾ, ਕਿਸੇ ਦਾ ਪੇਟ ਭਰ ਜਾਵੇਗਾ, ਉਹ ਜੰਗਲਾਂ ਦੇ ਵਿੱਚ ਦੇਹੀਆਂ ਨੂੰ ਛੱਡ ਆਉਂਦੇ ਹੈ। ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ, ਫਿਰ ਇਹੀ ਪੰਕਤੀ ਪੜੋ ਜੀ। ਉਸ ਬਿਨਾ ਤੂੰ ਛੁਟਕੀ ਰੋਲਾ।
हे ਕਾਇਆ ਉਸ ਜੀਵ ਆਤਮਾ ਤੋਂ ਬਿਨਾਂ ਤੋਂ ਛੁੱਟੜ ਬਣ ਕੇ ਛੁੱਟੜ ਇਸਤਰੀ ਦੀ ਤਰ੍ਹਾਂ ਤੂੰ ਰੁਲਦੀ ਫਿਰ ਰਹੀ ਹੈ। ਤੇਰੀ ਕੋਈ ਵੀ ਬਾਤ ਨਹੀਂ ਪੁੱਛਦਾ ਪਿਆ, ਤੇਰਾ ਕੋਈ ਵੀ ਵਾਲੇ ਵਾਰਸ ਨਹੀਂ ਬਣਦਾ ਪਿਆ। ਜੰਗਲ ਦੇ ਵਿੱਚ ਇੱਥੇ ਤੂੰ ਰੁਲਦੀ ਪਈ ਹੈ ਛੁੱਟੜ ਹੋ ਕਰਕੇ। ਉਨਕਾ ਸੰਗ ਤੇਰਾ ਮਾਨ ਮਹਤ। ਉਸ ਜੀਵ ਆਤਮਾ ਦੇ ਨਾਲ ਵਸਦੇ ਹੋਇਆ ਤੇਰਾ ਮਾਨ ਬੜਾ ਸਤਿਕਾਰ ਹੁੰਦਾ ਸੀ, ਮਹੱਤ ਬੜਾ ਉੱਚਾ ਮਰਤਬਾ ਸੀ। ਜੇ ਕਿਸੇ ਉੱਚੇ ਅਹੁਦੇ ਤੇ ਕੋਈ ਬੈਠਾ ਹੋਵੇ ਤੇ ਉਹਨਾਂ ਸਮਾਂ ਹੀ ਉਹਦਾ ਸਤਿਕਾਰ ਹੁੰਦਾ ਹੈ ਨਾ, ਉਹਨਾਂ ਸਮਾਂ ਹੀ ਮਾਣ ਪ੍ਰਾਪਤ ਹੁੰਦਾ, ਸਤਿਕਾਰ ਮਿਲਦਾ ਹੈ। ਜਿੰਨਾ ਸਮਾਂ ਜੀਵ ਆਤਮਾ ਸਰੀਰ ਦੇ ਅੰਦਰ ਚੱਲਦੀ ਹੈ, ਜਿੰਨਾ ਸਮਾਂ ਇਹ ਸਰੀਰ ਦੇ ਅੰਦਰ ਪਰਮਾਤਮਾ ਦੀ ਆਤਮਾ ਵਰਤਦੀ ਹੈ, ਤੇ ਜਦੋਂ ਸਰੀਰ ਮ੍ਰਿਤਕ ਹੋ ਜਾਂਦਾ ਵੱਡੇ ਵੱਡੇ ਤਖਤਾਂ ਦੇ ਬਾਦਸ਼ਾਹਾਂ ਨੂੰ ਵੀ ਕੋਈ ਸਤਿਕਾਰ ਨਹੀਂ ਦਿੰਦਾ। ਮੁਰਦੇ ਨੂੰ ਕੌਣ ਸਤਿਕਾਰ ਦਿੰਦਾ, ਕੌਣ ਮਾਣ ਦਿੰਦਾ? ਕੋਈ ਨਹੀਂ ਦਿੰਦਾ। ਭਾਵੇਂ ਚੱਕਰਵਰਤੀ ਬਾਦਸ਼ਾਹ ਵੀ ਕੋਈ ਹੋਵੇ, ਸਾਰੇ ਸੰਸਾਰ ਭਰ ਦੇ ਵਿੱਚ ਹਕੂਮਤ ਚੱਲਦੀ ਹੋਵੇ, ਬੜਾ ਵੱਡਾ ਹੁਕਮਰਾਨ ਹੋਵੇ, ਪਰ ਉਹਨਾਂ ਸਮਾਂ ਹੀ ਹੁਕਮਰਾਨ ਉਹਦਾ ਹੁਕਮ ਚੱਲਦਾ ਹੈ, ਉਹਨਾਂ ਸਮਾਂ ਹੀ ਚੱਕਰਵਰਤੀ ਬਾਦਸ਼ਾਹ ਹੈ, ਉਹਨਾਂ ਸਮਾਂ ਹੀ ਤਖਤ ਤੇ ਬੈਠ ਕਰਕੇ ਹੁਕਮ ਚਲਾ ਸਕਦਾ ਜਿੰਨਾ ਸਮਾਂ ਜੀਵ ਆਤਮਾ ਇਹ ਦੇਹ ਦੇ ਅੰਦਰ ਵਰਤਦੀ ਹੈ। ਸੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ, ਉਨ ਕੈ ਸੰਗ ਤੇਰਾ ਮਾਨ ਮਹੱਤ। हे ਕਾਇਆ ਉਸ ਜੀਵ ਆਤਮਾ ਦੇ ਨਾਲ ਵਸਦਿਆਂ ਹੋਇਆਂ ਹੀ ਤੇਰਾ ਮਾਨ ਬੜਾ ਸਤਿਕਾਰ ਹੁੰਦਾ ਸੀ, ਮਹੱਤ ਉੱਚਾ ਮਰਤਬਾ ਤੈਨੂੰ ਪ੍ਰਾਪਤ ਹੋ ਰਿਹਾ ਸੀ। ਉਨਕਾ ਸੰਗ ਤੁਮ ਸਾਖ ਜਗਤ। ਜੀਵ ਆਤਮਾ ਦੇ ਨਾਲ ਵਸਦੇ ਹੋਇਆਂ ਸੰਗ ਵਿੱਚ ਰਹਿੰਦਿਆਂ ਹੋਇਆਂ ਹੀ ਤੇਰੇ ਸੰਸਾਰ ਦੇ ਸਾਖ ਸੰਬੰਧੀ ਬਣਦੇ ਹੈ। ਉਹਨਾਂ ਸਮਾਂ ਹੀ ਸਾਖ ਸੰਬੰਧੀ ਬਣਦੇ ਹੈ, ਸਾਖ ਰਿਸ਼ਤੇਦਾਰੀਆਂ ਬਣਦੀਆਂ, ਸੰਬੰਧ ਬਣਦਾ ਸਰੀਰਾਂ ਦੇ ਨਾਲ। ਜਿੰਨਾ ਸਮਾਂ ਇਹ ਕਾਇਆ ਜੀਵ ਆਤਮਾ ਦੇ ਨਾਲ ਮਿਲ ਕਰਕੇ ਰਹਿੰਦੀ ਹੈ। ਉਨਕਾ ਸੰਗ ਤੇਰੀ ਸਭ ਬਿਦ ਥਾਟੀ। ਮਹਾਰਾਜ ਕਹਿੰਦੇ ਉਸ ਜੀਵ ਆਤਮਾ ਦੇ ਨਾਲ ਰਹਿੰਦਿਆਂ ਹੋਇਆਂ ਤੇਰੀਆਂ ਸਾਰੀਆਂ ਵਿਧਾਂ ਸੰਸਾਰ ਦੇ ਅੰਦਰ ਬਣੀਆਂ ਨੇ, ਸਭ ਬਣਾਵਟਾਂ ਨੇ ਬਣਨਾ ਕੀਤਾ ਹੈ। ਉਸ ਬਿਨਾ ਤੂੰ ਹੋਈ ਹੈ ਮਾਟੀ। हे ਕਾਇਆ ਦੇਖ ਉਸ ਜੀਵ ਆਤਮਾ ਤੋਂ ਬਿਨਾਂ ਤੂੰ ਮਾਟੀ ਮਿੱਟੀ ਹੋ ਗਈ ਹੈ। ਜਿਸ ਮਿੱਟੀ ਤੋਂ ਬਣੀ ਉਸ ਮਿੱਟੀ ਵਿੱਚ ਹੀ ਮਿਲ ਗਈ ਹੈ, ਖੇਹ ਰੂਪ ਹੋ ਗਈ ਹੈ। ਇਹ ਉਹਨਾਂ ਸਮਾਂ ਹੀ ਤੈਨੂੰ ਮਾਣ ਸਤਿਕਾਰ ਮਿਲਣ ਵਾਲਾ ਹੈ ਜਿੰਨਾ ਸਮਾਂ ਜੀਵ ਆਤਮਾ ਦੇ ਨਾਲ ਵਸਦੀ ਹੈ। ਉਹ ਬੈਰਾਗੀ ਮਰ ਨਾ ਜਾਏ। ਹਜੂਰ ਕਹਿੰਦੇ ਹਨ ਉਹ ਜੀਵ ਆਤਮਾ ਤਾਂ ਵੈਰਾਗੀ ਹੈ, ਉਪਰਾਮ ਹੈ, ਅਸੰਗ ਹੈ, ਜਨਮ ਮਰਨ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਹਨ ਉਹ ਬੈਰਾਗੀ ਮਰੈ ਨਾ ਜਾਏ, ਨਾ ਕਿਤੇ ਜਾਣ ਵਾਲੀ ਨਾ ਮਰਨ ਵਾਲੀ ਹੈ। ਜੀਵ ਆਤਮਾ ਅਮਰ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ। हे ਦੇਹੀ ਤੂੰ ਤਾਂ ਉਹਦੇ ਤੋਂ ਬਿਨਾਂ ਮਿੱਟੀ ਵਿੱਚ ਰੁਲ ਰਹੀ ਹੈ ਨਾ, ਤੂੰ ਤਾਂ ਖੇ ਰੂਪ ਹੋ ਕਰਕੇ ਰੁਲਦੀ ਪਈ ਹੈ। ਹੁਕਮੇ ਵਾਦਾ ਕਾਰ ਕਮਾਏ। ਹਜੂਰ ਕਹਿੰਦੇ ਉਹ ਜੀਵ ਆਤਮਾ ਤਾਂ ਪਰਮਾਤਮਾ ਦੇ ਹੁਕਮ ਦਾ ਬੱਧਾ ਹੋਇਆ ਕਾਰ ਕਮਾਉਂਦਾ ਹੈ। ਜਿੱਧਰ ਪਰਮਾਤਮਾ ਦਾ ਹੁਕਮ ਹੋ ਜਾਂਦਾ ਉਧਰ ਜਾ ਕੇ ਉਧਰਲੀ ਦਿਸ਼ਾ ਵਿੱਚ ਜਾ ਕੇ ਉੱਦਾਂ ਦੀ ਜੂਨ ਨੂੰ ਧਾਰਨ ਕਰ ਲੈਂਦਾ, ਉੱਦਾਂ ਦੀ ਦੇਹ ਵਿੱਚ ਜਾ ਕੇ ਪ੍ਰਵੇਸ਼ ਹੋ ਜਾਂਦਾ ਹੈ। ਮਹਾਰਾਜ ਕਹਿੰਦੀ ਜੀਵ ਆਤਮਾ ਤਾਂ ਪਰਮਾਤਮਾ ਦੇ ਹੁਕਮ ਦਾ ਬੱਧਾ ਹੈ। ਜੋੜ ਵਿਛੋੜੇ ਨਾਨਕ ਥਾਪ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਨੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਲੀਲਾ ਹੈ ਕਿ ਸਰੀਰਾਂ ਦੇ ਨਾਲ ਜੋੜਨਾ, ਭਾਵ ਜਿਸ ਵੀ ਸਰੀਰ ਦੇ ਅੰਦਰ ਪਰਾਰਬਧ ਅਨੁਸਾਰ ਇਹ ਆਤਮਾ ਨੂੰ ਪ੍ਰਵੇਸ਼ ਕਰ ਦੇਣਾ, ਸਰੀਰ ਦੇ ਅੰਦਰ ਪਰਮਾਤਮਾ ਇਸ ਆਤਮਾ ਨੂੰ ਪਾ ਦਿੰਦਾ ਹੈ ਜਿੱਦਾਂ ਦੀ ਕਿਸੇ ਦੀ ਪਰਾਰਬਧ ਹੈ। ਜਿਹੋ ਜਿਹੇ ਜੀਵ ਦੇ ਪੂਰਬਲੇ ਸੰਸਕਾਰ ਹਨ, ਜਿਹੋ ਜਿਹੇ ਮਨੁੱਖ ਦੇ ਕੀਤੇ ਹੋਏ ਕਰਮ ਹਨ, ਜਿੱਦਾਂ ਦੀ ਅੰਤ ਸਮੇਂ ਜੀਵ ਦੇ ਮਨ ਵਿੱਚ ਲੱਗੀ ਹੋਈ ਵਾਸ਼ਨਾ ਹੈ, ਉਸੇ ਅਨੁਸਾਰ ਪਰਮਾਤਮਾ ਇਹ ਸਰੀਰਾਂ ਦੇ ਨਾਲ, ਕਾਇਆਂ ਦੇ ਨਾਲ, ਦੇਹਾਂ ਦੇ ਨਾਲ ਇਸ ਆਤਮਾ ਨੂੰ ਜੋੜ ਦਿੰਦਾ ਹੈ। ਤੇ ਜਦੋਂ ਚਾਹੇ ਵਿਛੋੜ ਦਿੰਦਾ, ਭਾਵ ਸਰੀਰਾਂ ਦੇ ਵਿੱਚੋਂ ਕੱਢ ਲੈਂਦਾ। ਇਹ ਪਰਮਾਤਮਾ ਦੀ ਲੀਲਾ ਹੈ। ਵਾਹਿਗੁਰੂ ਜੀ ਦੇ ਅਚਰਜ ਕੌਤਕ ਹਨ, ਕਿਉਂਕਿ ਨਾ ਤਾਂ ਆਪਣੇ ਬਲ ਦੇ ਨਾਲ ਜੀਵ ਦਾ ਜਨਮ ਹੁੰਦਾ, ਨਾ ਆਪਣੇ ਜ਼ੋਰ ਦੇ ਨਾਲ ਬਲ ਕਰਕੇ ਸੰਸਾਰ ਤੋਂ ਮਰ ਸਕਦਾ ਹੈ। ਮਹਾਰਾਜ ਜੀ ਦੇ ਬਚਨ ਆਉਂਦੇ ਹਨ ਕਿ हे ਜੀਵ ਆਖਣ ਜੋਰ ਚੁੱਪੈ ਨਹਿ ਜੋਰ,
ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਜਿਉਂਦਿਆਂ ਰਹਿਣ ਦੇ ਵਿੱਚ ਤੇਰਾ ਕੋਈ ਜ਼ੋਰ ਹੈ, ਨਾ ਮਰਨ ਦੇ ਵਿੱਚ ਤੇਰਾ ਕੋਈ ਬਲ ਹੈ, ਕਿਸੇ ਪੱਖੋਂ ਵੀ ਤੇਰਾ ਕੋਈ ਜ਼ੋਰ ਨਹੀਂ। ਇਹ ਸਾਰੀ ਖੇਡ ਪਰਮੇਸ਼ਰ ਵਰਤਾਵੰਦਾ ਪਿਆ ਹੈ। ਜੋੜ ਵਿਛੋੜੇ ਨਾਨਕ ਥਾਪ, ਪਰਮੇਸ਼ਰ ਆਪ ਹੀ ਸਥਾਪਨ ਕਰਨ ਵਾਲਾ ਹੈ, ਆਪ ਹੀ ਦੇਹਾਂ ਦੇ ਵਿੱਚ ਜੋੜਨ ਵਾਲਾ ਹੈ, ਆਪ ਹੀ ਉਹਨਾਂ ਤੋਂ ਵਿਛੋੜਨ ਵਾਲਾ ਹੈ। ਆਪਣੀ ਕੁਦਰਤ ਜਾਣੈ ਆਪ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਪ੍ਰਮਾਤਮਾ ਆਪਣੀ ਸ਼ਕਤੀ ਨੂੰ ਆਪ ਜਾਣਦਾ ਹੈ। ਕੁਦਰਤ ਨਾਮ ਖਲਕਤ ਦਾ ਵੀ ਹੈ। ਇਹ ਖਲਕਤ ਨੂੰ ਪਰਮੇਸ਼ਰ ਆਪ ਹੀ ਜਾਣਦਾ ਹੈ। ਆਪਣੀ ਹੈਰਾਨੀਜਨਕ ਲੀਲਾ ਨੂੰ, ਸ਼ਕਤੀ ਨੂੰ ਪਰਮਾਤਮਾ ਆਪ ਜਾਣਦਾ ਹੈ। ਜਿਹੋ ਜਿਹੇ ਢੰਗ ਦੇ ਨਾਲ ਜੀਵਾਂ ਨੂੰ ਸੰਸਾਰ ਦੇ ਅੰਦਰ ਜਨਮ ਦੇਣਾ, ਜੀਵਾਂ ਦੀ ਮੌਤ ਹੋਣੀ, ਜੀਵਾਂ ਨੂੰ ਸੰਸਾਰ ਦੇ ਅੰਦਰ ਜੋੜਨਾ ਤੇ ਵਿਛੋੜਨਾ, ਇਹ ਪ੍ਰਮਾਤਮਾ ਦੀ ਲੀਲਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਉਹ ਮੈਰਾਗੀ ਮਰੈ ਨਾ ਜਾਏ, ਹੁਕਮੇ ਬਾਤਾ ਕਾਲ ਕਮਾਏ। ਜੋੜ ਵਿਛੋੜੇ ਨਾਨਕ ਥਾਪ, ਆਪਣੀ ਕੁਦਰਤ ਜਾਣੈ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।